दर्शन परसै गुरु कै जन्म मरण दुख जाए। वाहिगुरु साहिब जीओ। मलार महला पंजवा। बरस सरस आग्या होहे आनंद सगल भाग। बरस सरस आग्या होहे आनंद सगल भाग। रहाओ संत संगे मन परफड़ै मिल मेघ धर सुहाग। कन घोर प्रीत मोर चित चात्रिक बूंद और। ऐसो हर संगे मन मोह त्याग माया तोह। मिल संत नानक जाग्या कन घोर प्रीत मोर चित चात्रिक बूंद और। ऐसे हर संगे मन मोह त्याग माया तोह। मिल संत नानक जाग्या। वाहिगुरु जी का खालसा वाहिगुरु जी की फतेह। गुरु प्यारी सतगुरु जी की साजी नवाजी साध संगत जीओ। वडभागे हाँ जो दीन दुनिया के मालिक चबर छतर तख्त दे मालिक गरीब नवाज पातशाह धन धन सतगुरु साहिब श्री गुरु गोबिंद सिंह जी महाराज जी के महान पावन पवित्र स्थान तख्त श्री केसगढ़ साहिब जी विखे सुभाईमान होके साहिब श्री गुरु ग्रंथ साहिब जी महाराज जी की पावन पवित्र गुरबाणी की शब्द विचार सरवण करन दे लई अपनियां हाजरियां लवा रहे हाँ। अज का जो पावन शब्द है ये पवित्र शब्द गुरु ग्रंथ साहिब जी के 1272 अंग उत्ते सुभायमान है। लड़ीवार कथा गुरु ग्रंथ साहिब जी की चल रही है। जिहड़ा भी शब्द लड़ीवार कथा विच अगे आउंदा है असीं उस शब्द नूं समझण दा यतन करते हैं। अज का जो शब्द आया है आओ इस पावन शब्द के नाल जुड़िए हाजरियां लवाओ जी। आखो सतनाम श्री वाहिगुरु साहिब जीओ। मलार महला पंजवा। मलार राग का नाम है। पंचम पातशाह सतगुरु श्री गुरु अर्जन देव जी महाराज उन्हां दी रसना तो ये पावन शब्द उचारण होया है। बरस सरस आग्या। श्री गुरु अर्जन देव जी महाराज जी ने इस शब्द दे विच दो चीज़ां का वर्णन किया है। एक जग्यासू का कि जग्यासू जो है उहदी भावना की हुंदी है, उहदी साधना की हुंदी है, उहदा कर्म उहदी क्रिया की हुंदी है। दूजा जग्यासू की भावना भी है, जग्यासू की साधना भी है, ताकि सब कुछ साधना नाले प्राप्त हो जाता है। अगर साधना प्रधान गुरु नानक का मत होए
ਤੇ ਕੀ ਸਭ ਕੁਝ ਮੇਰੇ ਤੁਹਾਡੇ ਹੋਰ ਕਿਸੇ ਦੇ ਵੱਸ ਹੈ? ਇਹ ਦੋ ਚੀਜ਼ਾਂ ਨੂੰ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਚੱਲ ਰਹੇ ਹੈ। ਸਭ ਤੋਂ ਪਹਿਲੀ ਪੰਕਤੀ 'ਚ ਕਹਿ ਰਹੇ ਬਰਸ ਸਰਸ ਆਗਿਆ, ਉਦਾਹਰਨ ਦੇ ਰਹੇ। ਉਦਾਹਰਨ ਕਹਿੰਦੇ ਦੇਖੋ, ਜਿਹੜਾ ਮੋਰ ਹੁੰਦਾ ਹੈ, ਮੋਰ ਕਾਲੀਆਂ ਘਟਾਵਾਂ ਨੂੰ ਪਿਆਰ ਕਰਦਾ ਹੈ। ਮੋਰ ਦੀ ਇੱਛਾ ਹੁੰਦੀ ਹੈ ਕਿ ਜਦੋਂ ਮੀਂਹ ਪੈਂਦਾ, ਬੱਦਲ ਗਰਜਦੇ ਆ, ਉਹਨੂੰ ਖੁਸ਼ੀ ਮਿਲਦੀ ਹੈ। ਭਾਈ ਗੁਰਦਾਸ ਜੀ ਨੇ ਲਿਖ ਵੀ ਦਿੱਤਾ, ਮੋਰ ਬਬੀਹੇ ਬੋਲਦੇ ਦੇਖ ਬੱਦਲ ਕਾਲੇ। ਜਦੋਂ ਕਾਲੇ ਕਾਲੇ ਬੱਦਲ ਗਰਜਦੇ ਆ, ਉਦੋਂ ਫਿਰ ਬੋਲਦੇ ਆ। ਸਾਵਣ ਦਾ ਮਹੀਨਾ ਆਉਂਦਾ, ਗੁਰਬਾਣੀ ਵਿੱਚ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਭਾਵ ਵੀ ਲਿਖੇ ਹਨ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਸਾਵਣ ਨੂੰ ਆਏ ਨੂੰ ਵੇਖਦੇ ਮੋਰ ਘਨ ਕਰ ਬੱਦਲਾਂ ਦੀ ਜਾਣੀ ਘੋਰ ਨੂੰ ਪਿਆਰ ਕਰਦਾ ਹੈ, ਆਵਾਜ਼ਾਂ ਮਾਰਦਾ ਰਹਿੰਦਾ ਹੈ। ਉਦਾਹਰਨ ਦੇ ਰਹੇ ਚਾਤਰਿਕ ਦੀ। ਚਾਤਰਿਕ ਜਾਣੀ ਪਪੀਹਾ, ਬਬੀਹਾ, ਪਿਊਖ, ਪਿਆਸ ਦਾ ਮਾਰਿਆ ਬੱਦਲਾਂ ਦੀ ਚਾਹਨਾ ਵਿੱਚ ਹੁੰਦਾ ਵੀ ਕਿਸ ਵੇਲੇ ਮੀਂਹ ਵਰਸੇ। ਇਹ ਸਾਧਨਾ ਪੱਖ ਹੈ ਕਿ ਇੱਕ ਜਗਿਆਸੂ, ਜਿਵੇਂ ਇੱਕ ਮੋਰ ਅਤੇ ਇੱਕ ਪਪੀਹਾ, ਪਪੀਹਾ ਸਵੰਤੀ ਬੂੰਦ ਨੂੰ ਔਰ ਮੋਰ ਬੱਦਲਾਂ ਨੂੰ ਤਰਸਦਾ ਰਹਿੰਦਾ ਹੈ। ਇਸ ਤਰੀਕੇ ਦੇ ਨਾਲ ਇੱਕ ਜਗਿਆਸੂ, ਇੱਕ ਸ਼ਰਧਾਲੂ, ਇੱਕ ਗੁਰਸਿੱਖ ਆਪਣੇ ਪਿਆਰੇ ਦੇ ਪ੍ਰਤੀ ਪਿਆਰ ਕਰਦਾ ਹੈ। ਇਸੇ ਤਰ੍ਹਾਂ ਉਹਦੇ ਅੱਗੇ ਹੱਥ ਜੋੜ ਕੇ ਆਪਣੇ ਆਪ ਨੂੰ ਪੇਸ਼ ਕਰਦਾ ਹੈ, ਖੜ੍ਹਾ ਰਹਿੰਦਾ ਹੈ ਕਿ ਹੇ ਵਾਹਿਗੁਰੂ, ਹਮ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਇੱਕ ਪੱਖ। ਦੂਜਾ ਬਰਸ ਸਰਸ ਆ ਗਿਆ, ਸ਼ੁਰੂਆਤ ਕਰ ਰਹੇ। ਕਹਿੰਦੇ ਉਹ ਬਰਸਦਾ ਹੈ, ਇਹ ਨਹੀਂ ਕਿ ਬਰਸਦਾ ਨਹੀਂ। ਜਦੋਂ ਮੀਂਹ ਪੈਂਦਾ ਹੈ, ਚਾਰੇ ਪਾਸੇ ਰਸ ਹੀ ਰਸ, ਹਰੇਵਾਈ ਖੁਸ਼ਹਾਲੀ ਪੈਦਾ ਹੋ ਜਾਂਦੀ ਹੈ। ਪਰ ਕਦੋਂ, ਕਿਹਦੀ? ਉਹ ਕਹਿੰਦੇ ਆਗਿਆ, ਵਾਹਿਗੁਰੂ ਦੀ ਆਗਿਆ ਵਿੱਚ ਹੁੰਦਾ ਹੈ। ਉਹਦੇ ਹੁਕਮ ਵਿੱਚ ਹੀ, ਉਹਦੀ ਰਜ਼ਾ ਦੇ ਵਿੱਚ ਹੀ ਇਹ ਸਭ ਕੁਝ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਜਗਿਆਸੂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਮੋਰ ਦੀ ਤਰ੍ਹਾਂ, ਪਪੀਹੇ ਦੀ ਤਰ੍ਹਾਂ ਕੂਕਦਾ ਹੈ। ਉਹਦੀ ਪੁਕਾਰ ਸੁਣੀ ਜਾਂਦੀ ਹੈ ਦਰਬਾਰ ਵਿੱਚ, ਅਤੇ ਫਿਰ ਉਹ ਵਾਹਿਗੁਰੂ ਦੀ ਆਗਿਆ ਦੇ ਨਾਲ ਉਹਨੂੰ ਵਰਖਾ ਹੁੰਦੀ ਹੈ ਬਖਸ਼ਿਸ਼ ਦੀ, ਅਤੇ ਉਹਨੂੰ ਤ੍ਰਿਪਤੀ ਹੁੰਦੀ ਹੈ। ਜਿਵੇਂ ਉਹਦੀ ਪਿਆਸ ਲੱਥਦੀ ਹੈ, ਇਸੇ ਤਰ੍ਹਾਂ ਇੱਧਰ ਇਹਦੀ ਆਤਮਿਕ ਤ੍ਰਿਪਤੀ ਹੁੰਦੀ ਹੈ। ਭਰਮ ਕੱਟੇ ਜਾਂਦੇ ਹਨ, ਅਗਿਆਨਤਾ ਬੰਧਨ ਕੱਟੇ ਜਾਂਦੇ ਹਨ। ਆਪਣੇ ਨਿੱਜੀ ਸਰੂਪ ਦੀ ਸਾਖਸ਼ਾਤਕਾਰਤਾ, ਇਸ ਨੂੰ ਪ੍ਰਤੱਖ ਪ੍ਰਗਟ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਉਹ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਦੀ ਆਗਿਆ ਵਿੱਚ ਹੁੰਦਾ ਹੈ ਸਭ ਕੁਝ। ਬਰਸ ਸਰਸ ਆਗਿਆ, ਬਰਸਦਾ ਹੈ ਰਸ ਦੇ ਸਹਿਤ, ਸਾਰੇ ਪਾਸੇ ਰਸ ਹੀ ਰਸ ਕਰ ਦਿੰਦਾ ਹੈ। ਆਗਿਆ, ਪਰ ਉਹਦੀ ਆਗਿਆ ਵਿੱਚ ਐ ਵਾਰਿਸ਼ ਐ ਬੱਦਲ, ਤੂੰ ਇੰਨਾ ਬਰਸ, ਇੰਨਾ ਵਾਰ ਉਹ ਕਹਿੰਦਾ ਹੈ ਮੋਰ ਕਿ ਮੇਰੀ ਤ੍ਰਿਪਤੀ ਹੋ ਜਾਏ, ਅਤੇ ਪਰ ਉਹਦੀ ਆਗਿਆ ਵਿੱਚ ਹੋਣਾ, ਇਹ ਵੀ ਗੱਲ ਹੈ। ਹੋਏ ਆਨੰਦ ਸਗਲ ਭਾਗ, ਫਿਰ ਆਨੰਦ ਹੀ ਆਨੰਦ ਹੈ ਜਗਿਆਸੂ ਨੂੰ, ਗੁਰਮੁਖ ਨੂੰ, ਗੁਰਸਿੱਖ ਨੂੰ। ਸਗਲ ਭਾਗ ਉਹੀ ਅਸਲ ਭਾਗਾਂ ਵਾਲਾ ਹੈ, ਉਹੀ ਅਸਲ ਗੁਰਸਿੱਖ ਹੈ, ਗੁਰਮੁਖ ਹੈ, ਜਿਹਦੇ ਉੱਤੇ ਉਹ ਵਰਸ ਪਏ ਖੁਸ਼ ਹੋ ਜਾਏ। ਜਾਣੋ
ਕਹੋ ਨਾਨਕ ਸੁਣ ਰੇ ਮਨਾ, ਤਿਹ ਨਰ ਮੱਥ ਹੈ ਭਾਗ। ਉਹ ਬੰਦੇ ਦੀ ਭਾਗ ਮਸਤਕ ਦੇ ਉਹਦੇ ਹੀ ਭਾਗਾਂ ਵਾਲਾ ਹੈ, ਉਹੀ ਭਾਗਸ਼ਾਲੀ ਹੈ, ਉਹੀ ਹੈ। ਉਂਝ ਤੇ ਭਾਵੇਂ ਅਸੀਂ ਆਪਣਾ ਨਾਮ ਵੀ ਰਖਾ ਲਈਏ ਵੱਡ ਭਾਗ ਲੱਕੀ, ਕਿ ਇਹਦੇ ਨਾਲ ਕੋਈ ਲੱਕੀ ਕਿਸਮਤ ਵਾਲਾ ਹੋ ਜਾਂਦਾ? ਨਹੀਂ। ਮਹਾਰਾਜ ਕਹਿੰਦੇ ਹੋਏ ਆਨੰਦ ਸਗਲ ਭਾਗ। ਜਦੋਂ ਆਤਮਿਕ ਆਨੰਦ ਮਿਲ ਜਾਏਗਾ, ਆਤਮਿਕ ਤ੍ਰਿਪਤੀ ਹੋ ਜਾਏਗੀ, ਫਿਰ ਸਾਰੇ ਭਾਗ ਸਮਝੋ ਖੁੱਲ੍ਹ ਗਏ, ਜਾਗ ਗਏ। ਉਸ ਵੇਲੇ ਮਸਤਕ ਦੇ ਕਰਮ ਜਾਗੇ ਹਨ, ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ ਹਨ। ਸੰਤ ਸੰਗੇ ਮਨ ਪਰਫੜੈ, ਮਿਲ ਮੇਘ ਧਰ ਸੁਹਾਗ। ਕਹਿੰਦੇ ਜਿਵੇਂ ਬੱਦਲ ਨੂੰ ਮਿਲ ਕੇ ਪਪੀਹਾ, ਸਵੰਤੀ ਬੂੰਦ ਜਦ ਪੈਂਦੀ ਹੈ, ਪਪੀਹੇ ਦੀ ਪਿਆਸ 6 ਮਹੀਨਿਆਂ ਲਈ ਬੁੱਝ ਜਾਂਦੀ ਹੈ। ਸਵੰਤੀ ਬੂੰਦ ਹੁੰਦਾ ਹੈ ਜਿਵੇਂ ਨਛੱਤਰ ਹੈ 27। ਜਦੋਂ ਭਾਈ ਕਾਨ੍ਹ ਸਿੰਘ ਨਾਭਾ ਹੋਣਾ ਦਾ ਮਹਾਨ ਕੋਸ਼ ਪੜ੍ਹਾਂਗੇ ਨਾ ਜੀ, ਉਦੋਂ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗੇਗਾ। ਬਹੁਤ ਕੰਮ ਸਾਡੇ ਵਿਦਵਾਨ ਕਰ ਗਏ ਹਨ, ਪਰ ਅਫਸੋਸ ਅਸੀਂ ਉਹਨਾਂ ਨੂੰ ਵੇਖ ਵੀ ਨਹੀਂ ਸਕਦੇ ਕਿ ਉਹਨਾਂ ਕੀ ਕੁਝ ਕੀਤਾ। ਇੰਨੀਆਂ ਮਿਹਨਤਾਂ ਉਹਨਾਂ ਕੀਤੀਆਂ, ਪਰ ਜਦੋਂ ਅਗਲੇ ਚੜ੍ਹ ਕੇ ਆਉਣਗੇ, ਅਗਲੇ ਤੁਹਾਡੇ ਸਾਹਮਣੇ ਲਿਆ ਕੇ ਵਿਚਾਰਧਾਰਾ ਰੱਖਣਗੇ, ਖੰਡਨ ਕਰਨਗੇ ਤੁਹਾਡੀ ਗੁਰਮਤਿ ਦਾ, ਜਦੋਂ ਤੁਸੀਂ ਵੇਖੋਗੇ ਉਸ ਵੇਲੇ ਵੀ ਅਸੀਂ ਹੁਣ ਕੀ ਪੜ੍ਹੀਏ, ਹੁਣ ਕੀ ਪੜ੍ਹੀਏ। ਤੁਹਾਨੂੰ ਆਪਣੇ ਵਿਦਵਾਨਾਂ ਦਾ ਕੀਤਾ ਹੋਇਆ ਕੰਮ, ਮਿਹਨਤ ਪਤਾ ਹੀ ਨਹੀਂ, ਦੇਖੀ ਨਹੀਂ, ਅਤੇ ਉਸ ਵੇਲੇ ਫਿਰ ਅਸੀਂ ਜਾਵਾਂਗੇ ਕਿੱਧਰ ਨੂੰ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਦੱਸਿਆ ਹੈ, ਕਹਿੰਦੇ ਜੈਸੇ ਘਰ ਲਾਗੈ ਆਗ, ਜਾਗ ਕੂਓ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਘਰ ਦੀ ਛੱਤ ਨੂੰ ਅੱਗ ਲੱਗ ਜਾਏ ਅਤੇ ਕੋਈ ਉਸ ਵੇਲੇ ਖੂਹ ਪੁੱਟਣ ਲੱਗ ਜਾਏ ਕਿ ਹੁਣ ਇੱਥੋਂ ਪਾਣੀ ਕੱਢ ਕੇ ਅੱਗ ਬੁਝਾ ਲਵਾਂ, ਕੀ ਹੋ ਜਾਏਗਾ। ਜੈਸੇ ਤਉ ਸੰਗਰਾਮ ਸਮੈ ਸਿੱਖਿਓ ਚਾਹੇ ਵੀਰ ਵਿਦਿਆ, ਅਨਥਾ ਉਦਮ ਜੈਤ ਪਦ ਵੀ ਨਾ ਪਾਈਐ। ਜੰਗ ਲੱਗ ਜਾਏ ਅਤੇ ਕੋਈ ਆਖੇ ਲਓ ਜੀ ਹੁਣ ਮੈਂ ਸ਼ਸਤਰਬਾਜੀ ਗੱਤਕਾਬਾਜੀ ਸਿੱਖ ਲਵਾਂ, ਨਿਸ਼ਾਨਾਬਾਜੀ, ਕੀ ਸਿੱਖ ਜਾਏਗਾ? ਹਾਰੇਗਾ। ਇੱਦਾਂ ਹੀ ਕੌਮ ਨੂੰ ਚਾਹੀਦਾ ਆਪਣਾ ਸਰਮਾਇਆ ਸਾਂਭ ਲਏ। ਬੜੀ ਮਿਹਨਤ ਵਿਦਵਾਨਾਂ ਕੀਤੀ ਪੁਰਾਣਿਆਂ ਨੇ। ਮੈਂ ਪੜ੍ਹ ਕੇ ਹੈਰਾਨ ਰਹਿ ਜਾਂਦਾ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ, ਉਹਦੇ ਵਿਦਵਾਨ ਪ੍ਰੋਫੈਸਰ ਪੰਡਿਤ ਕਰਤਾਰ ਸਿੰਘ ਦਾਖਾ। ਅੱਜ ਤਾਂ ਮਿਸ਼ਨਰੀ ਕਾਲਜਾਂ ਵਿੱਚ ਮਿਹਨਤ ਹੋ ਰਹੀ ਹੈ, ਹੋਣੀ ਵੀ ਚਾਹੀਦੀ ਹੈ, ਪਰ ਜੋ ਮਿਹਨਤਾਂ ਸਾਡੇ ਉਹ ਵਿਦਵਾਨ ਕਰ ਗਏ। ਪੰਡਿਤ ਕਰਤਾਰ ਸਿੰਘ ਦਾਖਾ ਹੋਣਾ ਦਾ ਗ੍ਰੰਥ ਮੇਰੇ ਹੱਥ ਲੱਗਿਆ, ਕਾਫੀ ਪੁਰਾਣਾ, ਨਿਆਏ ਪਰਿਭਾਸ਼ਾ ਉਹਦਾ ਨਾਮ ਹੈ। ਅੱਜ ਦੇ ਬਹੁਤੇ ਵਿਦਵਾਨ ਨੇ ਤਾਂ ਦੇਖਿਆ ਨਹੀਂ ਹੋਣਾ ਉਹ ਗ੍ਰੰਥ, ਪੜ੍ਹਨਾ ਦੂਰ ਦੀ ਗੱਲ ਹੈ। ਅਤੇ ਜਦੋਂ ਪੜ੍ਹਦੇ ਤਾਂ ਮਨ ਕਰੇ ਨਹੀਂ ਪਤਾ, ਉਸੇ ਕਾਲਜ ਦੇ ਵਿਦਿਆਰਥੀ ਦੇਖਣਾ ਤਾਂ ਦੂਰ ਦੀ ਗੱਲ, ਮਨ ਕਰੇ ਉਸੇ ਹੀ ਗ੍ਰੰਥਾਂ ਦੀ ਵਿਚਾਰਧਾਰਾ ਦੇ ਉੱਤੇ ਕਟਾਕਸ਼ ਕਰੀ ਜਾਣ, ਕਿਉਂਕਿ ਆਪਣਾ ਮੂਲ ਹੀ ਨਹੀਂ ਪੜ੍ਹਿਆ। ਤਾਂ ਇਸ ਲਈ ਸਾਨੂੰ ਚਾਹੀਦਾ ਕਿ ਆਪਣੇ ਜੋ ਹੈ ਉਹਨਾਂ ਦੇ ਉੱਤੇ ਮਿਹਨਤ ਕਰਨੀ ਚਾਹੀਦੀ ਹੈ। ਸਮਾਂ ਹੈ, ਵੇਲਾ ਹੈ, ਵਕਤ ਹੈ। ਭਾਈ ਕਾਨ੍ਹ ਸਿੰਘ ਨਾਭਾ ਹੋਣਾ ਬੜੀ ਵੱਡੀ ਮਿਹਨਤ ਕੀਤੀ, ਉਹਨਾਂ ਦੇ ਆਪਣੇ ਗ੍ਰੰਥਾਂ ਵਿੱਚ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਲਾਇਆ, ਜਿਨ੍ਹਾਂ ਵਿੱਚੋਂ ਖੁਸ਼ਕਿਸਮਤੀ ਹੈ ਕਿ ਮਹਾਨ ਕੋਸ਼ ਸਾਡੇ ਕੋਲ ਹੈ, ਗੁਰੂ ਸ਼ਬਦ ਰਤਨਾਕਰ ਜਿਹਨੂੰ ਕਹਿ ਦਿੰਦੇ ਆ। ਉਹਦੇ ਵਿੱਚ 27 ਨਛੱਤਰਾਂ ਦਾ ਜ਼ਿਕਰ ਕਰਦੇ ਆ ਵੀ ਕਿਹੜੇ ਕਿਹੜੇ ਨਛੱਤਰ ਹੈ, ਕਿਹੜਾ ਨਛੱਤਰ ਹੈ, ਕਿਹੜੇ ਵੇਲੇ ਚੱਲਦਾ ਨਛੱਤਰ, ਸਮੇਂ ਦੀ ਚਾਲ ਹੈ। ਅਤੇ ਜਿਸ ਵੇਲੇ ਮੈਂ ਹੁਣ ਤੁਹਾਨੂੰ ਦੱਸ ਦੇਵਾਂ, ਇੱਕ ਨਛੱਤਰਾਂ ਦੇ ਵਿੱਚੋਂ ਇੱਕ ਨਛੱਤਰ ਹੈ ਜਿਹਦਾ ਨਾਮ ਹੈ ਸਵੰਤੀ ਨਛੱਤਰ, ਉਹਦਾ ਨਾਮ ਹੈ। ਮੀਂਹ ਪੈਂਦਿਆਂ ਪੈਂਦਿਆਂ ਜਦੋਂ ਸਵੰਤੀ ਨਛੱਤਰ ਦੇ ਵਿੱਚ ਮੀਂਹ ਪੈਂਦਾ ਹੈ, ਤੁਸੀਂ ਇਹ ਭਾਵੇਂ ਪਪੀਹੇ ਨੂੰ ਹਿੰਦੂ ਗਰਦਾਨ ਦਿਓ, ਅਤੇ ਤੁਹਾਡੀ ਮਰਜ਼ੀ ਹੈ ਵੀ ਇਹ ਨਛੱਤਰਾਂ ਨੂੰ ਸਮਝਦਾ ਹੈ, ਇਹ ਨਛੱਤਰਾਂ ਨਾਲ ਭੇਦਭਾਵ ਰੱਖਦਾ ਹੈ, ਹਿੰਦੂ ਹੈ। ਨਾ, ਉਹਨੂੰ ਵਿਚਾਰੇ ਨੂੰ ਕੀ ਧਰਮਾਂ ਤੋਂ ਲੈਣਾ। ਉਹ ਨਿਯਮ ਹੈ ਕੁਦਰਤ ਦਾ, ਬਣਾਈ ਹੋਈ ਕਰਤੇ ਕਾਦਰ ਦੀ ਕੁਦਰਤ ਦਾ ਇਹ ਨਿਯਮ ਹੈ ਕਿ ਉਹਨੂੰ ਪਿਆਸ ਉਦੋਂ ਬੁਝਦੀ ਹੈ ਜਦੋਂ ਸਵੰਤੀ ਨਛੱਤਰ ਵਿੱਚ ਪੈਂਦਾ ਮੀਂਹ, ਕਣੀਆਂ ਉਹਦੇ ਸਿਰ 'ਚ ਪੈਂਦੀਆਂ ਨੇ,
ਉਹ ਤੇ ਬਜਦੀਆਂ ਨੇ ਉਦੋਂ ਦੀ ਪਿਆਸ ਬੁਝਦੀ, ਉੱਦਾਂ ਭਾਵੇਂ ਉਹਨੂੰ ਸਮੁੰਦਰ 'ਚ ਸੁੱਟੀ ਰੱਖੋ, ਪਾਣੀ 'ਚ ਸੁੱਟੀ ਰੱਖੋ, ਪਾਣੀ ਦੇ ਵਿੱਚ ਰਹੀ ਜਾਏ, ਉਹ ਆਲੇ ਦੁਆਲੇ ਹੋਵੇ, ਉਹਦੀ ਪਿਆਸ ਨਹੀਂ ਬੁਝਦੀ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਗੁਰਮੁਖੋ ਇਹ ਗੱਲ ਯਾਦ ਰੱਖੋ, ਸੰਤ ਸੰਗੇ ਮਨ ਪਰਫੜੈ, ਮਿਲ ਮੇਘ ਧਰ ਸੁਹਾਗ। ਜਦੋਂ ਮੀਂਹ ਪੈਂਦਾ ਫਿਰ ਉਹ ਸੁਹਾਗਵੰਤਾ ਹੁੰਦਾ ਹੈ, ਉਹਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਇਸੇ ਤਰੀਕੇ ਇੱਕ ਜਗਿਆਸੂ ਜੋ ਅਸੀਂ ਸਾਰੇ ਜਿੰਨੇ ਵੀ ਹਾਂ, ਅਸੀਂ ਆਪਣੇ ਸਹੁ, ਆਪਣੇ ਖਸਮ, ਆਪਣੇ ਮਾਲਕ ਨੂੰ ਪ੍ਰਾਪਤ ਕਰਨਾ ਤਾਂ ਸੁਹਾਗ ਵਾਲੇ ਹੋਵਾਂਗੇ, ਸੁਹਾਗ ਵਾਲੇ। ਨਹੀਂ ਤਾਂ ਸੁਹਾਗ ਤੋਂ ਬਿਨਾਂ ਸਾਰੇ ਸ਼ਿੰਗਾਰ ਜਿੰਨੇ ਸਭ ਵਿਅਰਥ ਹਨ। ਬਾਬਾ ਕਬੀਰ ਜੀ ਕਹਿੰਦੇ ਆ, ਕੁਆਰ ਕੰਨਿਆ ਜੈਸੇ ਕਰਤ ਸ਼ਿਗਾਰਾ, ਕਿਉਂ ਰਲੀਆ ਮਾਣੈ ਬਾਝ ਪਤਾਰਾ। ਕੀ ਸ਼ਿੰਗਾਰ ਦੀ ਅਹਿਮੀਅਤ ਹੈ? ਅਗਰ ਸੁਹਾਗ ਪਤੀ ਘਰ ਨਾ ਹੋਏ ਅਤੇ ਉਸ ਸ਼ਿੰਗਾਰ ਦੀ ਕੋਈ ਅਹਿਮੀਅਤ ਨਹੀਂ, ਮਹਾਰਾਜ ਕਹਿੰਦੇ ਹਨ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਜੀ ਆਪਣਾ ਦੱਸ ਰਹੇ ਹਨ ਗੁਰਮਤਿ ਦਾ ਜੋ ਨਜ਼ਰੀਆ ਹੈ। ਕਹਿੰਦੇ ਸੰਤ ਸੰਗੇ ਮਨ ਪਰਫੜੈ, ਜਦੋਂ ਗੁਰਮੁਖੋ ਸਾਧੂਆਂ ਦੀ ਸੰਗਤ, ਗੁਰਸਿੱਖਾਂ ਦੀ ਸੰਗਤ ਕਰਦੇ ਹਾਂ, ਫਿਰ ਮਨ ਪਰਫੜਦਾ, ਚਾਅ ਵਿੱਚ ਆਉਂਦਾ ਹੈ, ਖੇੜੇ ਵਿੱਚ ਆਉਂਦਾ ਹੈ। ਮਿਲ ਮੇਘ ਧਰ ਸੁਹਾਗ, ਉਸ ਵਾਹਿਗੁਰੂ ਦਾ ਬਖਸ਼ਿਸ਼ ਰੂਪੀ ਮੀਂਹ ਜਦੋਂ ਪੈਂਦਾ ਹੈ ਅਤੇ ਫਿਰ ਇਹ ਜੀਵ ਇਸਤਰੀਆਂ ਸੁਹਾਗ ਵਾਲੀਆਂ ਹੋ ਜਾਂਦੀਆਂ, ਜਿਹੜੀਆਂ ਆਪਣੇ ਸਹੁੰ ਨੂੰ ਪਾ ਲੈਂਦੀਆਂ ਹਨ। ਕਨ ਘੋਰ ਪ੍ਰੀਤ ਮੋਰ, ਆ ਗਈਆਂ ਉਦਾਹਰਨਾਂ ਹੁਣ ਉਹੀ। ਕਹਿੰਦੇ ਕਨ ਘੋਰ ਪ੍ਰੀਤ ਮੋਰ, ਕਨ ਕਨ ਕਹਿੰਦੇ ਬੱਦਲ ਨੂੰ, ਘੋਰ ਕਹਿੰਦੇ ਆਵਾਜ਼ ਕਰਦਾ ਜਿਹੜਾ, ਗਰਜਮਾ ਬੱਦਲ ਭਰ ਭਰ ਕੇ ਆਉਂਦਾ ਹੈ, ਗਰਜਦਾ ਹੈ। ਪ੍ਰੀਤ ਮੋਰ, ਜਦੋਂ ਬੱਦਲ ਗਰਜਦੇ ਫਿਰ ਪ੍ਰੀਤ ਮੋਰ ਦੇਖ ਕੇ ਫਿਰ ਪਹਿਲਾਂ ਪਾਉਣ ਲੱਗ ਜਾਂਦਾ, ਪਿਆਰ ਹੁੰਦਾ ਉਹਦੇ ਅੰਦਰ। ਚਿੱਤ ਚਾਤਰਿਕ ਬੂੰਦ ਔਰ, ਚਾਤਰਿਕ ਪਪੀਹਾ, ਚਾਤਰਿਕ ਅਤੇ ਪਪੀਹਾ ਇੱਕੋ ਹੀ ਨਾਮ ਹੈ ਨਾ, ਉਹਦੇ ਪਰਿਆਇਵਾਚੀ ਨਾਮ ਨੇ। ਚਾਤਰਿਕ ਜਾਂ ਪਪੀਹਾ ਹੈ ਜਿਹੜਾ, ਬਬੀਹਾ ਹੈ ਉਹ ਫਿਰ ਉਹਦੇ ਵੱਲ ਉਹਦਾ ਧਿਆਨ ਹੁੰਦਾ ਵੀ ਕਿਸ ਵੇਲੇ ਬੂੰਦ ਆਏ ਅਤੇ ਮੇਰੀ ਤ੍ਰਿਪਤੀ ਹੋਵੇ। ਕਬੀਰ ਜੀ ਤੇ ਕਹਿੰਦੇ ਤੂੰ ਬੇਨਤੀਆਂ ਕਰੀ ਜਾ, ਕਦੇ ਤੇ ਆਊ ਸਮਾਂ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੇ ਪੁਕਾਰ। ਕਦੇ ਨਾ ਕਦੇ ਤਾਂ ਜਦੋਂ ਕੂਕੇਂਗਾ, ਆਵਾਜ਼ਾਂ ਮਾਰੇਂਗਾ, ਸੁਣੂਗਾ। ਅਤੇ ਮਹਾਰਾਜ ਜੀ ਕਹਿੰਦੇ ਫਿਰ ਚਾਤਰਿਕ ਹੈ ਨਾ, ਪਪੀਹੇ ਦੀ ਜਿਹੜੀ ਚਿੱਤ ਦੀ ਬਿਰਤੀ ਹੈ ਬੂੰਦ ਵੱਲ ਰਹਿੰਦੀ ਹੈ, ਪਿਆਸ ਲੱਗੀ ਹੁੰਦੀ ਹੈ ਅਤੇ ਉਹਨੂੰ ਹੁੰਦਾ ਹੈ ਕਿਸ ਵੇਲੇ ਬਰਸ ਮੇਘ ਜੀ, ਤਿਲ ਬਿਲਮ ਨਾ ਲਾਵੋ, ਹੁਣ ਦੇਰੀ ਨਾ ਲਾ। ਜੇ ਮਰੇ ਗਏ ਏਕ ਬੂੰਦ ਜਲ ਕਾਰਨੈ, ਚਾਤਰਿਕ ਦੁਖ ਪਾਵੈ, ਪ੍ਰਾਣ ਗਏ ਸਾਗਰ ਮਿਲੈ, ਫੁਨ ਕਾਮ ਨਾ ਆਵੈ। ਭਗਤ ਜੀ, ਸਦਨਾ ਜੀ, ਇੱਕ ਬੂੰਦੇ ਮਿਲ ਜਾਏ ਉਹਨੂੰ ਸਵੰਤੀ, ਉਹਦੇ ਲਈ ਤੜਫਦਾ ਰਹਿੰਦਾ। ਏਕ ਬੂੰਦ ਜਲ ਕਾਰਨੇ, ਚਾਤਰਿਕ ਦੁੱਖ ਪਾਵੈ, ਬੜਾ ਦੁਖੀ ਹੁੰਦਾ, ਪਿਆਸਾ ਹੈ। ਅਤੇ ਫਿਰ ਬੇਨਤੀਆਂ ਕਰਦਾ ਵੀ ਬਸ ਹੁਣ ਬਰਸ ਜਾ, ਹੁਣ ਦੇਰੀ ਨਾ ਲਾਈ, ਦੇਖੀ ਕਿਤੇ। ਅਤੇ ਜੇ ਉਹ ਮਰੇ ਜਾਏ ਪਿਆਸਾ ਹੀ ਅਤੇ ਮੁੜ ਕੇ ਸਮੁੰਦਰ 'ਚ ਸੁੱਟ ਦੋ ਭਾਵੇਂ ਚੁੱਕ ਕੇ ਉਹਨੂੰ, ਫਿਰ ਉਹਦੇ ਕੀ ਕੰਮ ਆਉਣਾ। ਪ੍ਰਾਣ ਜੋ ਥਾਕੇ ਥਿਰ ਨਹੀਂ, ਕਾਹੇ ਬਿਰਮਾਵੋ, ਡੂਬ ਮੋਏ ਨੌਕਾ ਮਿਲਾ, ਫੁਨ ਕਾਹੇ ਚੜਾਵੋ। ਬੇਨਤੀਆਂ ਕਰ ਲਓ, ਮੈਂ ਨਾ ਹੀ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਬੇਨਤੀ ਕਰ ਰਹੇ, ਕਹਿੰਦੇ ਚਿੱਤ ਚਾਤਰਿਕ ਬੂੰਦ ਔਰ, ਐਸੋ ਹਰ ਸੰਗੇ ਮਨ ਮੋਹ। ਆਹ ਕਹਿੰਦੇ ਇਸ ਤਰ੍ਹਾਂ ਦਾ ਰੱਬ ਦੇ ਨਾਲ, ਰੱਬ ਦੇ ਪਿਆਰਿਆਂ ਦੇ ਮਨ ਦਾ ਮੋਹ ਹੁੰਦਾ ਹੈ, ਪਿਆਰ ਹੁੰਦਾ ਹੈ, ਮੁਹੱਬਤ ਹੁੰਦਾ ਹੈ, ਸਨੇਹ ਹੁੰਦਾ ਹੈ, ਪ੍ਰੇਮ ਹੁੰਦਾ ਹੈ।
ਐਸੋ ਹਰ ਸੰਗੇ ਮਨ ਮੋਹ। ਮੋਹ, ਮੋਹ ਮਨ ਦਾ ਜਾਂ ਮੋਹ, ਮਹਾਰਾਜ ਕਹਿੰਦੇ ਮੇਰਾ ਮਨ ਹੀ ਇਉਂ ਹੈ। ਪਰ ਗੁਰਮੁਖਾਂ ਦਾ ਇੱਥੇ ਬਹੁਵਚਨ ਲਾ ਲਈਏ, ਕਹਿੰਦੇ ਗੁਰਮੁਖਾਂ ਦਾ ਜਿਹੜਾ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੇ ਨਾਲ ਮਨ ਦਾ ਇਉਂ ਮੋਹ ਹੁੰਦਾ ਹੈ, ਪਿਆਰ ਹੁੰਦਾ ਹੈ। ਤਿਆਗ ਮਾਇਆ ਧੋਹ, ਉਹ ਫਿਰ ਮਾਇਆ ਦਾ ਜਿਹੜਾ ਧੋਖਾ ਹੁੰਦਾ ਨਾ ਉਹਨੂੰ ਛੱਡ ਦਿੰਦੇ, ਜਾਂ ਮਾਇਆ ਧੋਹ ਹਾਹਾ ਹੈ, ਧੋ ਲੈਂਦੇ ਆ ਉਹ ਮਾਇਆ ਦੀ ਮੈਲ ਜਿਹੜੀ ਲੱਗੀ ਹੁੰਦੀ ਨਾ। ਇਸ ਮਨ ਕੋ ਮਲ ਲਾਗੀ, ਕਾਹਦੀ? ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਾਲਾ ਹੋਆ ਸਿਆਹ, ਕਾਲਾ ਹੋਇਆ ਪਿਆ ਜਿਹੜਾ, ਉਹਨੂੰ ਫਿਰ ਉਹ ਧੋ ਲੈਂਦੇ ਆ। ਕਾਹਦੇ ਨਾਲ? ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਾਪਾਂ ਦੇ ਨਾਲ ਜਿਹੜੀ ਮੱਤ ਭਰੀ ਹੁੰਦੀ, ਫਿਰ ਨਾਮ ਦੇ ਨਾਮ ਜਲ ਦੇ ਨਾਲ ਉਹਨੂੰ ਧੋਂਦੇ ਹਨ। ਮਹਾਰਾਜ ਜੀ ਕਹਿੰਦੇ ਹਨ, ਕਹਿੰਦੇ ਇਉਂ ਧੋ ਲੈਂਦੇ। ਔਰ ਤਿਆਗ ਮਾਇਆ ਧੋ, ਮਾਇਆ ਦਾ ਧੋ ਜਿਹੜੀ ਧੋਖਾ ਹੈ ਜਿਹੜਾ, ਉਹਨੂੰ ਤਿਆਗ ਦਿੰਦੇ ਆ। ਨਾ ਕਿਸੇ ਨਾਲ ਕਰਦੇ ਧੋਖਾ, ਨਾ ਯਤਨ ਕਰਦੇ ਵੀ ਆਪ ਵੀ ਨਾ ਧੋਖੇ ਵਿੱਚ ਆ ਜਾਈਏ। ਇਸ 'ਤੇ ਕਿਸੇ ਨਾਲ ਵੀ ਨਹੀਂ ਕਰਦੇ, ਠੱਗੀ ਨਹੀਂ, ਧੋਖਾ ਨਹੀਂ, ਬੇਈਮਾਨਾ ਨਹੀਂ, ਕੁਫਰ ਨਹੀਂ, ਨਹੀਂ ਕਰਦੇ ਪਹਿਲਾਂ। ਦੂਜਾ ਇਹ ਵੀ ਯਤਨ ਕਰਦੇ ਆ ਵੀ ਇਹ ਮਾਇਆ ਕਿਤੇ ਸਾਨੂੰ ਇਹ ਨਾ ਠੱਗ ਜਾਏ। ਕਰਦੀ ਹੈ, ਦੁਨੀਆ ਨੂੰ ਠੱਗੀ ਲਾ ਰਹੀ ਹੈ। ਕਬੀਰ ਜੀ ਕਹਿੰਦੇ, ਕਹੋ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਜਦੋਂ ਠੱਗ ਦੀ ਪਹਿਚਾਣ ਆ ਜਾਏ, ਗੌੜੀ ਰਾਗ ਦੀ ਭਗਤ ਬਾਣੀ 'ਚ ਕਬੀਰ ਜੀ ਕਹਿੰਦੇ ਆ, ਕਹਿੰਦੇ ਜਦੋਂ ਠੱਗ ਨੂੰ ਪਛਾਣ ਲਈਏ ਫਿਰ ਠੱਗੀ ਚਲੀ ਜਾਂਦੀ ਹੈ। ਠੱਗੀ ਹੈ ਮਾਇਆ, ਮਾਇਆ ਦਾ ਪਤੀ ਵਾਹਿਗੁਰੂ ਨੂੰ ਜਦੋਂ ਪਹਿਚਾਣ ਲਿਆ ਫਿਰ ਇਹ ਠੱਗੀ ਨਹੀਂ ਲਾ ਸਕਦੀ। ਪਤਾ ਲੱਗ ਗਿਆ ਨਾ ਵੀ ਇਹ ਉਹਦੀ ਅਧੀਨ ਹੈ। ਉਹ ਮਾਲਕ ਦੇ ਨਾਲ ਜਦੋਂ ਜੁੜ ਗਏ ਫਿਰ ਇਹ ਤੋਂ ਬਚਦਾ ਹੈ ਇਨਸਾਨ। ਮਾਇਆ ਤੋਹ, ਅਗਲੀ ਪੰਕਤੀ 'ਚ ਕੀ ਕਹਿੰਦੇ ਆ? ਕਹਿੰਦੇ ਭਾਈ ਮਿਲ ਸੰਤ ਨਾਨਕ ਜਾਗਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਸੰਤ ਜਨਾਂ ਨੂੰ, ਗੁਰਮੁਖਾਂ ਨੂੰ ਮਿਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ, ਜੋਤ ਨਹੀਂ, ਜੋਤ ਤੇ ਗੁਰੂ ਨਾਨਕ ਦੀ ਇੱਕੋ ਹੀ ਹੈ, ਸਰੂਪ ਪੰਜਵੇਂ। ਸਰੂਪ ਜਾਣੀ ਕਾਇਆ, ਸਰੀਰ, ਸਰੀਰ ਬਦਲਦਾ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਾਇਆ ਬਦਲਦੀ। ਤਾਂ ਪੰਜਵੀਂ ਸਰੀਰਕ ਕਾਇਆ ਜਾਂ ਪੰਜਵਾਂ ਸਰੀਰ, ਪੰਜਵਾਂ ਰੂਪ ਗੁਰੂ ਨਾਨਕ ਦੇਵ ਜੀ ਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮਿਲ ਸੰਤ ਨਾਨਕ ਜਾਗਿਆ। ਸੰਤ ਜਨਾਂ ਨੂੰ, ਗੁਰਮੁਖਾਂ ਨੂੰ ਮਿਲ ਕੇ ਫਿਰ ਅੰਦਰੋਂ ਜੀਵ ਜਾਗਦਾ ਹੈ। ਬਾਹਰੀ ਨੀਂਦ ਤੇ ਟੁੱਟ ਜਾਂਦੀ ਸਾਡੀ, ਸੁੱਤੇ ਹਾਂ, ਕਿੰਨੇ ਕੁ ਸੁੱਤੇ ਰਹਾਂਗੇ, ਕਦੇ ਨਾ ਕਦੇ ਤਾਂ ਜਾਗਦੇ। ਪਰ ਕਈ ਵਾਰ ਜਿਹੜੀ ਅਗਿਆਨਤਾ ਕਰਕੇ ਸਾਨੂੰ ਨੀਂਦ ਆਈ ਹੈ, ਅਸਲੀਅਤ ਨੂੰ ਨਾ ਸਮਝਣਾ, ਉਹ ਨੀਂਦ ਕਈ ਵਾਰ ਸਾਰੀ ਜ਼ਿੰਦਗੀ ਉਹ ਨਹੀਂ ਟੁੱਟਦੀ। ਸਾਰੀ ਜ਼ਿੰਦਗੀ ਕੀ ਕਈ ਜਨਮ ਲੰਘ ਜਾਂਦੇ ਹੈ ਕਿ ਉਹ ਨੀਂਦ ਨਹੀਂ ਟੁੱਟਦੀ ਹੈ। ਬਸ ਅਗਿਆਨਤਾ ਦੇ ਵਿੱਚ ਲੰਘ ਜਾਂਦਾ ਸਮਾਂ। ਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਗੁਰਮੁਖਾਂ ਦੀ ਸੰਗਤ ਨਾਲ ਫਿਰ ਉਹ ਨੀਂਦ ਟੁੱਟਦੀ ਇਨਸਾਨ ਦੀ। ਮਨ ਦੇ ਉੱਤੇ ਜਿਹੜਾ ਪੜਦਾ ਹੈ ਅਵਿਦਿਆ ਦਾ, ਅਗਿਆਨਤਾ ਦਾ, ਜਾਂ ਵਿਕਾਰਾਂ ਨੇ ਜੋ ਇਹਦੇ ਉੱਤੇ ਪੜਦਾ ਪਾਇਆ ਹੋਇਆ ਹੈ, ਉਹਨਾਂ ਨੂੰ ਜਾਣ ਲੈਂਦਾ ਹੈ ਅਤੇ ਉਹ ਫਿਰ ਜਾਗ ਜਾਂਦਾ ਹੈ। ਮਲਾਰ ਮਹੱਲਾ ਪੰਜਵਾ। ਮਲਾਰ ਰਾਗ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ। ਗੁਣ ਗੋਪਾਲ ਗਾਓ ਨੀਤ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਣ ਗੋਪਾਲ ਗਾਓ ਨੀਤ। ਗੁਣ ਵਾਹਿਗੁਰੂ ਜੀ ਦੇ, ਉਹਦੀਆਂ ਖੂਬੀਆਂ, ਉਹਦੀਆਂ ਸਿਫਤਾਂ ਕਿਹਦੀਆਂ? ਗੋਪਾਲ, ਗੋ ਜਾਣੀ ਧਰਤੀ, ਗੋ ਜਾਣੀ ਇੰਦਰੇ, ਪਾਲ ਜਾਣੀ ਪਾਲਣ ਵਾਲਾ ਹੈ। ਜਿਹੜਾ ਇੰਦਰਿਆਂ ਨੂੰ, ਧਰਤੀ ਨੂੰ ਪਾਲਣ ਵਾਲਾ ਹੈ, ਉਹਦੇ ਗੁਣ ਗਾਓ ਨੀਤ। ਮਹਾਰਾਜ ਕਹਿੰਦੇ ਉਹਦੇ ਨਿੱਤ ਗੁਣ ਗਾਇਆ ਕਰੋ, ਸਿਫਤਾਂ ਉਹਦੇ ਗੁਣ, ਗੋਪਾਲ ਦੇ, ਵਾਹਿਗੁਰੂ ਦੇ
ਗਾਓ ਤੇ ਨਿੱਤ ਗਾਓ। ਤੁਸੀਂ ਆਪਣੇ ਘਰ ਬਹਿ ਕੇ ਕਿੰਨੇ ਕੁ ਗੁਣ ਗਾ ਸਕਦੇ? ਤੁਸੀਂ ਜਾਂ ਮੈਂ, ਆਪਾਂ ਸਾਰੇ ਕਿੰਨੀਆਂ, ਸਾਡੇ ਲਈ ਬੜਾ ਸੌਖਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ, ਸਿਫਤਾਂ ਮੁੱਕਣ ਜੇ ਨਹੀਂ ਆਉਂਦੇ, ਇੰਨੀਆਂ ਸਿਫਤਾਂ ਨੇ। ਅਸੀਂ ਕਿਹੜਾ ਆਪਣੀ ਜੀਭ ਨਾਲ ਕਿੰਨੇ ਕੁ ਆਮ ਤੌਰ 'ਤੇ ਸਾਨੂੰ ਕਿੰਨੀਆਂ ਗੱਲਾਂ ਯਾਦ ਰਹਿ ਜਾਣਗੀਆਂ। ਅਸੀਂ ਕਿਹੜਾ ਕੋਈ ਉਹ ਜਿਹੜਾ ਇੱਕ ਸੱਪ ਮੰਨਿਆ ਵੀ ਉਹ ਆਪਣੀ ਜੀਭਾ ਦੇ ਨਾਲ ਸ਼ੇਸ਼ਨਾਗ ਵੀ 1000 ਨਾਮ ਡੇਲੀ ਨਿੱਤ ਨਵੇਂ ਲੈਂਦਾ। ਅਸੀਂ ਕਿਹੜਾ ਸ਼ੇਸ਼ਨਾਗ ਆ ਕੋਈ, ਸਾਨੂੰ ਕਿਹੜਾ ਇੰਨੇ ਯਾਦ ਰਹਿ ਜਾਂਦੇ। ਸਾਨੂੰ ਤਾਂ ਫਿਰ ਇਹ ਜੇ ਗੱਲ ਨੂੰ ਮੰਨਣਾ ਹੋਵੇ ਕਿ ਗੁਣ ਗੋਪਾਲ ਗਾਓ ਨੀਤ, ਅਤੇ ਅਸੀਂ ਬਾਣੀ ਪੜ੍ਹ ਲਈਏ, ਨਿੱਤ ਗੁਣ ਗਾਏ ਜਾ ਸਕਦੇ ਆ। ਸਾਡੇ ਕੋਲ ਤਾਂ ਇੱਕੋ ਹੀ ਸ਼ਬਦ ਹੈ, ਫਿਰ ਸਾਡੇ ਗੁਣ ਗਾਉਣ ਦਾ ਤਰੀਕਾ ਜਾਂ ਵਾਹਿਗੁਰੂ ਵਾਹਿਗੁਰੂ ਕਰ ਲਈਏ, ਉਹਨੂੰ ਯਾਦ ਕਰ ਲਈਏ, ਉਹਦੇ ਗੁਣਾਂ ਨੂੰ। ਵਾਹਿਗੁਰੂ ਉਹਦਾ ਵੈਸੇ ਗੁਣ ਨਹੀਂ ਹੈ, ਵਾਹਿਗੁਰੂ ਉਹਦਾ ਨਾਮ ਹੈ, ਜਿਹੜਾ ਪ੍ਰਾਪੂਰਬਲਾ ਉਹਦਾ ਜਾਤੀ ਨਾਮ ਹੈ। ਗੁਣ ਉਹਦੇ ਆ ਜਿਹੜੇ ਗੁਣ ਉਹਨੇ ਜੋ ਕਰਤੇ ਨੇ, ਵਾਹਿਗੁਰੂ ਨੇ ਜੋ ਕੁਝ ਸਾਨੂੰ ਦਾਤਾਂ ਦਿੱਤੀਆਂ ਨੇ, ਉਹ ਬਾਣੀ ਵਿੱਚੋਂ ਇਕੱਲੀ ਇਕੱਲੀ ਡਿਟੇਲ ਵਾਈਜ਼ ਹਰੇਕ ਚੀਜ਼ ਨੂੰ ਮਹਾਰਾਜ ਨੇ ਦਰਜ ਕੀਤਾ ਹੈ। ਪਰ ਜਿੱਥੇ ਕਿਤੇ ਸਮਾਂ ਲੱਗਦਾ, ਗੁਰੂ ਜੀ ਨਾਲੋਂ ਨਾਲ ਕਹਿੰਦੇ ਵੀ ਰਹਿੰਦੇ ਹੈ ਕਿ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਤੇਰੇ ਗੁਣ ਬਹੁਤ ਨੇ, ਪਰ ਹੈਰਾਨੀ ਦੀ ਗੱਲ ਇਹ ਹੈ ਵਾਹਿਗੁਰੂ, ਅਸੀਂ ਇੱਕ ਵੀ ਪੱਖ ਤੋਂ ਮੁਕੰਮਲ ਤੌਰ 'ਤੇ ਤੇਰੇ ਬਾਰੇ ਕਹਿ ਨਹੀਂ ਸਕੇ। ਕਿਉਂ? ਜਦੋਂ ਤੇਰੇ ਬਾਰੇ ਕੁਛ ਕਹਿੰਦੇ ਆ ਤਾਂ ਸ਼ਬਦਾਂ ਨਾਲ ਕਹਿਣਾ ਪੈਂਦਾ, ਪਰ ਤੂੰ ਤਾਂ ਸ਼ਬਦਾਂ ਤੋਂ ਵੀ ਪਰੇ ਹੈ। ਪਰ ਹੁਣ ਜੇ ਅਸੀਂ ਸ਼ਬਦਾਂ ਨਾਲ ਗੱਲ ਨਾ ਕਰੀਏ ਤਾਂ ਮਨ ਨਹੀਂ ਟਿਕਦਾ। ਇਸ ਲਈ ਮਨ ਨੂੰ ਟਿਕਾਉਣ ਲਈ ਸ਼ਬਦ ਵਰਤਦੇ ਹਾਂ, ਪਰ ਤੂੰ ਸ਼ਬਦਾਂ ਤੋਂ ਵੀ ਪਰੇ ਆ। ਕਬੀਰ ਜੀ ਕਹਿੰਦੇ ਆ, ਜਹ ਬੋਲ ਤਹ ਅੱਖਰ ਆਵਾ, ਜਹ ਅਬੋਲ ਤਹ ਮਨ ਨ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਕਬੀਰ ਜੀ ਕਹਿੰਦੇ ਜਿੱਥੇ ਬੋਲ ਨੇ ਉੱਥੇ ਫਿਰ ਅੱਖਰ ਨਹੀਂ ਆਉਂ, ਕਹਿਣਾ ਪੈਂਦਾ। ਅਤੇ ਜਿੱਥੇ ਫਿਰ ਹੁਣ ਅਸਲ ਅਵਸਥਾ ਤਾਂ ਹੈ ਅਬੋਲ ਹੈ, ਚੁੱਪ ਦੀ ਹੈ, ਪਰ ਗੁਰਮਤ ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਉੱਥੇ ਗੂੰਗੇ ਹੋਣ ਦੀ ਵੀ ਗੱਲ ਨਹੀਂ ਹੈ, ਉੱਥੇ ਜਾਂ ਮੋਨੀ ਹੋ ਜਾਣ ਦੀ ਗੱਲ ਵੀ ਨਹੀਂ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ ਹੈ, ਬਸ ਇਹੀ ਅਵਸਥਾ ਹੈ। ਰਸਨਾ ਦੇ ਨਾਲ ਜਿਹੜੀ ਦਿੱਤੀ ਹੈ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਇਹਦੇ ਨਾਲ ਮਿੱਠੇ ਮਿੱਠੇ ਬੋਲ ਬੋਲ, ਪਰ ਇਹ ਜੀਵ ਇੰਨੀ ਗੁਸਤਾਖ ਨਾ ਹੋ ਜਾਏ ਕਿ ਆਖੇ ਲੈ ਮੈਂ ਅੰਤ ਪਾ ਦਿੱਤਾ। ਬਸ ਆਹ ਗੱਲ ਹੈ। ਮਹਾਰਾਜ ਕਹਿੰਦੇ ਹਨ, ਹੇ ਭਾਈ ਉਹਦੇ ਗੁਣ ਗਾ। ਗੁਣ ਗੋਪਾਲ ਗਾਓ ਨੀਤ, ਨਿੱਤ ਗਾ, ਰੋਜ਼ ਗਾ। ਇੱਕ ਦਿਨ ਨਹੀਂ, ਇੱਕ ਦਿਨ ਗਾਏ ਚਲੋ ਜੀ ਅੱਜ ਗਾ ਲਏ ਨਾ, ਨਿੱਤ ਕਹਿੰਦੇ। ਰਾਮ ਨਾਮ ਧਾਰ ਚੀਤ। ਹਾਂ, ਫਿਰ ਅਗਲੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਦੇ ਗੁਣਾਂ ਦਾ ਸਾਨੂੰ ਪਤਾ ਲੱਗਦਾ, ਫਿਰ ਸਾਡੀ ਉਹਦੇ ਵੱਲ ਖਿੱਚ ਵੱਧਦੀ ਹੈ, ਉਹਦੇ ਨਾਲ ਨੇੜਤਾ ਹੁੰਦੀ ਹੈ ਸਾਡੀ। ਜਿਹਦੇ ਗੁਣਾਂ ਦੇ ਅਸੀਂ ਜਾਣਕਾਰੂ ਹੋ ਜਾਈਏ ਜਾਂ ਜਿਹਦੇ ਗੁਣਾਂ ਬਾਰੇ ਸਾਨੂੰ ਪਤਾ ਲੱਗ ਜਾਏ, ਫਿਰ ਅਸੀਂ ਉਹਦਾ ਨਾਮ ਆਪਣੀ ਜੀਭ 'ਤੇ ਲੈਂਦੇ ਹਾਂ, ਵਾਰ-ਵਾਰ ਕਹਿੰਦੇ ਹਾਂ ਉਹ ਚਾਹ ਗੁਣ ਹੈ, ਉਹਦੇ ਚਾਹ ਗੁਣ ਹੈ, ਫਿਰ ਉਹਦੀ ਯਾਦ 'ਚ ਜਿਉਂਦਾ। ਇਸ ਤਰੀਕੇ ਮਹਾਰਾਜ ਕਹਿੰਦੇ ਤੂੰ ਜਿਵੇਂ ਦੁਨਿਆਵੀ ਬੰਦਿਆਂ ਦੇ ਕਿਸੇ ਬੰਦੇ 'ਚ ਇੱਕ ਕੋਈ ਗੁਣ ਹੋਵੇ, ਉਹ ਗੁਣ ਨੂੰ ਵਾਰ-ਵਾਰ ਯਾਦ ਕਰਦਾ ਬੰਦਾ, ਅਤੇ ਜਿਹਦੇ 'ਚ ਇੰਨੇ ਗੁਣ ਹੈ, ਇੰਨੀਆਂ ਚੰਗਿਆਈਆਂ ਨੇ, ਤੂੰ ਉਹਦਾ ਨਾਂ ਕਿਉਂ ਨਹੀਂ ਲੈਂਦਾ? ਜਿਹਨੇ ਕਦੇ ਦਿੱਤਾ ਰੋਜ਼ ਦਿੰਦਾ ਅਤੇ ਕਦੇ ਜ਼ਾਹਿਰ ਨਹੀਂ ਕੀਤਾ, ਨਾ ਕਦੇ ਪਛਤਾਇਆ। ਜੇ ਕੋ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੈ। ਇਤੇ ਗੁਣ ਇਤੀਆਂ ਚੰਗਿਆਈਆਂ ਦੇ ਨਾ ਪਛਤਾਵੈ। ਗੁਰੂ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਗੁਰਮੁਖੋ ਰਾਮ ਨਾਮ ਧਾਰ ਚੀਤ। ਉਸ ਵਾਹਿਗੁਰੂ ਜੀ ਦਾ ਨਾਮ
ਉਹਦੀ ਵਡਿਆਈ, ਉਹਦੀ ਸਿਫਤ ਚਿੱਤ ਵਿੱਚ ਧਾਰਨ ਕਰ ਲੈ, ਹਿਰਦੇ ਵਿੱਚ ਵਸਾ ਲੈ। ਰਹਾਉ ਵਿਸ਼ਰਾਮ ਦੇ ਕੇ ਸਮਝਾ ਰਹੇ, ਛੋੜ ਮਾਨ ਤਜ ਗੁਮਾਨ, ਛੋੜ ਮਾਨ ਤਜ ਗੁਮਾਨ, ਮਾਨ ਛੱਡ, ਹੰਕਾਰ ਛੱਡ। ਤੇ ਨਾਲ ਕਹਿ ਦਿੱਤਾ, ਮਿਲ ਸਾਧੂਆਂ ਕੈ ਸੰਗ, ਸਾਧੂਆਂ ਦੇ ਨਾਲ ਮਿਲਿਆ ਕਰ, ਗੁਰਮੁਖਾਂ ਦੇ ਨਾਲ, ਗੁਰਸਿੱਖਾਂ ਦੇ ਨਾਲ। ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜ੍ਹ ਕੇ ਹੈਰਾਨ ਰਹਿ ਜਾਈਦਾ। ਹਾਲਾਂਕਿ ਜੋ ਸਿੱਖ ਧਰਮ ਦਾ ਜਾਂ ਸਿੱਖ ਸਿਧਾਂਤ ਹੈ, ਸਿੱਖ ਦਾ ਨਜ਼ਰੀਆ, ਉਹਦਾ ਇਹ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਧੁਰ ਦਰਗਾਹੋਂ ਹੀ ਗੁਰੂ ਆਏ ਹੈ। ਜਾਣੀ ਸਿੱਖ ਇਤਿਹਾਸ ਵਿੱਚ ਇਹ ਕਿਤੇ ਨਹੀਂ ਲਿਖਿਆ ਮਿਲਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸੇ ਦੇਹਧਾਰੀ ਬੰਦੇ ਨੂੰ ਗੁਰੂ ਧਾਰਿਆ ਹੋਵੇ। ਕੋਈ ਵੀ, ਇੱਕ ਵੀ ਬੰਦਾ। ਪਰ ਫਿਰ ਵੀ ਹਾਂ, ਐਸਾ ਬਹੁਤ ਥਾਈਂ ਮਿਲੇਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ, ਇਹ ਮੰਨਦੇ ਹਾਂ ਕਿ ਉਹ ਧੁਰ ਦਰਗਾਹੋਂ ਹੀ ਪਰਮਾਤਮਾ ਵੱਲੋਂ ਹੀ ਭੇਜੀ ਹੋਈ ਪੂਰਨ ਸ਼ਖਸੀਅਤ ਸਨ। ਉਹ ਪਰਮਾਤਮਾ ਦਾ ਹੀ ਰੂਪ ਸਨ, ਆਪਣੇ ਰੂਪ ਧਾਰ ਕੇ ਆਏ। ਪਹਿਲੀ ਗੱਲ, ਉਹ ਪਰਮਾਤਮਾ ਦਾ ਰੂਪ ਹੋ ਕੇ ਵੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ 'ਚ ਇਹ ਆਏਗਾ ਕਿ ਗੁਰਮੁਖਾਂ ਦੀ ਸੰਗਤ ਨਹੀਂ ਉਹਨਾਂ ਕਦੇ ਛੱਡੀ। ਇਤਿਹਾਸ 'ਚ ਆਉਂਦਾ, ਜਦੋਂ ਕਿਤੇ ਘਰਦਿਆਂ ਨੇ ਵੇਖਣਾ ਕਿ ਕਿੱਥੇ ਨੇ ਮਾਤਾ ਤ੍ਰਿਪਤਾ ਜੀ ਨੇ ਵੇਖਣਾ, ਜਾਂ ਬਾਬਾ ਕਲਿਆਣ ਦਾਸ ਜੀ ਨੇ, ਬਾਬਾ ਕਾਲੂ ਜੀ ਨੇ, ਮਹਿਤਾ ਜੀ ਨੇ ਦੇਖਣਾ, ਪਟਵਾਰੀ ਜੀ ਨੇ, ਗੁਰੂ ਜੀ ਦੇ ਪਿਤਾ ਜੀ ਨੇ, ਵੀ ਕਿੱਥੇ ਨੇ, ਲੱਭਦੇ ਨਹੀਂ। ਅਤੇ ਕਹਿੰਦੇ ਹੁੰਦੇ, ਦੇਖੋ ਪਿੰਡ 'ਚ ਕੋਈ ਸਾਧੂ ਸੰਤ ਤਾਂ ਨਹੀਂ ਆਇਆ, ਕਿਤੇ ਕੋਈ ਮਹਾਤਮਾ ਤਾਂ ਨਹੀਂ ਆਇਆ। ਇੱਥੇ ਪਤਾ ਕਰਦੇ, ਹਾਂ ਬਈ ਆਏ ਤਾਂ ਹੈ ਇੱਥੇ, ਚਲੋ ਫਿਰ ਹੋਰ ਨਹੀਂ ਕਿਤੇ, ਚਲੋ ਉੱਥੇ ਜਾ ਕੇ ਦੇਖੋ, ਉੱਥੇ ਮਿਲਣਗੇ। ਅਤੇ ਉੱਥੇ ਜਾ ਕੇ ਵੇਖਦੇ, ਉੱਥੇ ਮਿਲਦੇ। ਜਾਂ ਇਕਾਂਤ 'ਚ ਬੈਠਦੇ, ਜਦੋਂ ਕੋਈ ਨਾ ਹੁੰਦਾ, ਇੱਕ ਵਾਰ ਨਹੀਂ ਲੱਭਦੇ ਸੀ ਘਰ ਦੇ, ਲੱਭੀ ਜਾਂਦੇ, ਕਿੱਥੇ ਆ, ਲੱਭੀ ਗਏ, ਨਾ ਲੱਭੇ, ਬੜੇ ਹੈਰਾਨ ਵੀ ਕਿੱਧਰ ਚਲੇ ਗਏ, ਅੱਜ ਤਾਂ ਕੋਈ ਸਾਧੂ ਵੀ ਨਹੀਂ ਆਇਆ ਪਿੰਡ 'ਚ, ਕਿੱਥੇ ਗਏ। ਲੱਭੇ, ਕਿਸੇ ਦੱਸਿਆ, ਕਹਿੰਦੇ ਉਹ ਸ਼ਮਸ਼ਾਨ ਘਾਟ 'ਚ ਬੈਠੇ ਆ। ਲਓ, ਪੁੱਛਿਆ, ਉੱਥੇ ਉਦੋਂ ਵਿਆਹ ਹੋ ਗਿਆ ਸੀ। ਗੁਰੂ ਜੀ ਦੇ ਸਹੁਰਾ ਸਨ ਮੂਲ ਚੰਦ ਜੀ, ਸੱਸ ਸੀ ਚੰਦੋ ਰਾਣੀ ਜੀ, ਸਾਰੇ ਪਰਿਵਾਰ, ਗੁਰੂ ਜੀ ਦੇ ਪਿਤਾ ਜੀ, ਮਾਤਾ ਜੀ। ਇੱਥੇ ਕੀ ਕਰਦੇ? ਕਹਿੰਦੇ ਇੱਥੇ ਕੋਈ ਤੰਗ ਨਹੀਂ ਕਰਦਾ, ਪਰੇਸ਼ਾਨ ਨਹੀਂ ਕਰਦਾ, ਬੇਵਜ੍ਹਾ ਦੀਆਂ ਫਾਲਤੂ ਦੀਆਂ ਗੱਲਾਂ ਨੇ। ਗੱਲਾਂ ਤਾਂ ਕਰਨੀਆਂ ਕਿਤੇ ਨਾ ਕਿਤੇ, ਪਰ ਜ਼ਿਆਦਾਤਰ ਗੱਲਾਂ ਅਸੀਂ ਉਹ ਕਰਦੇ ਹਾਂ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ। ਜੇ ਗੁਰੂ ਸਾਹਿਬ ਨੇ ਸਾਨੂੰ ਇਹ ਆਖਿਆ ਵੀ ਮੌਨ ਨਹੀਂ ਧਾਰਨਾ, ਅਤੇ ਗੁਰੂ ਜੀ ਨੇ ਇਹ ਵੀ ਆਖਿਆ ਵੀ ਉਹ ਬਿਨਾਂ ਵਜ੍ਹਾ ਨਹੀਂ ਬੋਲੀ ਜਾਣਾ, ਉੱਦਾਂ ਹੀ ਨਹੀਂ ਬੋਲੀ ਜਾਣਾ ਕਿ ਜੋ ਮੂੰਹ 'ਚ ਆਇਆ ਬੋਲੀ ਜਾਓ। ਬਾਣੀ 'ਚ ਲਿਖਿਆ, ਕਬੀਰ ਜੀ ਕਹਿੰਦੇ ਆ, ਝੱਖਾਂ ਮਾਰਦੇ ਆ ਬੇਵਜ੍ਹਾ ਦਾ ਬੋਲਣਾ ਜਿਹੜਾ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਝੱਖਾਂ ਮਾਰਨ ਨਾਲੋਂ ਚੰਗਾ ਆਪਣੇ ਨਿੱਜੀ ਸਰੂਪ ਦਾ ਧਿਆਨ ਧਰ ਲਓ, ਚੁੱਪ ਕਰੋ। ਕੋਈ ਜ਼ਰੂਰਤਮੰਦ ਹੋਏ, ਕਿਤੇ ਲੋੜ ਹੋਏ ਬੋਲਣ ਦੀ, ਉੱਥੇ ਬੋਲਣਾ ਵੀ ਹੈ। ਅਤੇ ਅਸਲ 'ਤੇ ਬੋਲਣਾ ਪਰਮਾਤਮਾ ਦਾ ਨਾਮ ਹੈ, ਉਹ ਹੈ ਗੁਰਮੁਖਾਂ ਦੇ ਨਾਲ ਗੱਲਬਾਤ ਕਰਨੀ। ਗੁਰੂ ਜੀ ਕਹਿੰਦੇ, ਛਾੜ ਮਾਨ ਤਜ ਗੁਮਾਨ, ਮਿਲ ਸਾਧੂਆਂ ਕੈ ਸੰਗ, ਮਾਨ ਛੱਡ, ਗੁਮਾਨ ਛੱਡ, ਹੰਕਾਰ ਛੱਡ। ਮਾਨ ਨਿੱਜੀ ਤੌਰ 'ਤੇ ਜਿਹੜਾ ਮਾਨ ਸਨਮਾਨ ਮਿਲਦਾ ਹੈ, ਗੁਮਾਨ ਹੁੰਦਾ ਹਿਰਦੇ ਦੇ ਵਿੱਚ, ਅਹੰਕਾਰ ਕਰਨਾ ਮੈਂ ਕੋਈ ਹਸਤੀ ਹਾਂ। ਮਾਨ ਹੁੰਦਾ ਜਿਹੜਾ ਸਤਿਕਾਰ ਮਿਲਣਾ, ਉਹ ਕਿਤੋਂ ਮਿਲ ਵੀ ਜਾਂਦਾ, ਕਿਤੋਂ ਨਹੀਂ ਵੀ ਮਿਲਦਾ। ਪਰ ਜਿਹੜਾ ਅੰਦਰ ਮੈਂਪਣਾ ਬਣਿਆ ਰਹਿੰਦਾ, ਉਹ ਗੁਮਾਨ ਹੀ ਹੈ, ਉਹ ਹਮੇਸ਼ਾ ਹੀ ਰਹਿੰਦਾ। ਉਹ ਭਾਵੇਂ ਬੇਇੱਜ਼ਤੀ ਵੀ ਹੋ ਜਾਏ ਬੰਦੇ ਦੀ, ਤਾਂ ਵੀ ਆਪਣਾ ਮੈਂਪਣਾ ਨਹੀਂ ਟੁੱਟਦਾ। ਮਾਨ ਉੱਥੇ ਹੀ ਹੈ ਜਿੱਥੇ ਪਿਆਰ ਵਾਲੇ ਆ, ਉਹ ਮਾਣ ਕਰਦੇ ਆ। ਗੁਮਾਨ ਦੁਸ਼ਮਣਾਂ 'ਚ ਵੀ ਬੰਦੇ ਨੂੰ ਬਣਿਆ ਰਹਿੰਦਾ ਵੀ ਮੈਂ ਹਾਂ ਕੋਈ ਹਸਤੀ। ਮਹਾਰਾਜ ਕਹਿੰਦੇ, ਛੱਡ, ਛੋੜ ਮਾਨ ਤਜ ਗੁਮਾਨ, ਮਿਲ ਸਾਧੂਆਂ ਕੈ ਸੰਗ।
ਇਹ ਕੰਮ ਹੈ ਥੋੜ੍ਹਾ ਜਿਹਾ ਕਰਨ ਵਾਲਾ ਸਾਧੂਆਂ ਦੀ ਸੰਗਤ ਨਾਲ ਹੋਏਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰਮੁਖਾਂ ਦੀ, ਗੁਰਮੁਖ ਜਿੰਨੀਆਂ ਸਾਧ ਸੰਗਤ ਬੈਠੇ ਆ ਇਹ ਸਾਰੇ ਸਾਧੂ ਸੰਗਤ ਹੈ। ਜਾਂ ਕਿਤੇ ਤੁਹਾਡੇ ਕੋਈ ਗੁਰਸਿੱਖ ਗੁਰਮੁਖ ਹੋਵੇ ਵੀ ਉਹਦੀ ਵੀ ਕੋਈ ਵਿਰੋਧਤਾ ਨਹੀਂ ਹੈ। ਅੱਜ ਕਈ ਵਾਰੀ ਇਸ ਤਰ੍ਹਾਂ ਦੀਆਂ ਵਿਚਾਰਾਂ ਦਾ ਸਾਡੇ ਉੱਤੇ ਕਾਫੀ ਅਸਰ ਹੋ ਜਾਂਦਾ ਹੈ। ਕਈ ਥਾਈਂ ਸੱਚ ਵੀ ਹੈ, ਕੁਝ ਗੱਲਾਂ ਸਾਨੂੰ ਮੰਨਣੀਆਂ ਵੀ ਪੈਣਗੀਆਂ ਕਿ ਪਖੰਡਵਾਦ ਵੱਧਦਾ ਵੀ ਪਹੁੰਚ ਜਾਂਦਾ ਹੈ। ਹਰ ਕੋਈ ਉਹ ਜਿਹਨੇ ਚੋਲਾ ਪਾ ਲਿਆ ਚਲੋ ਮੈਂ ਸੰਤ ਬਣ ਗਿਆ। ਅੱਜ ਕੱਲ੍ਹ ਤਾਂ ਪੈਂਟਾਂ ਸ਼ਰਟਾਂ ਵਾਲੇ ਵੀ ਸੰਤ ਬਣੇ ਫਿਰਦੇ ਆ, ਉਂਗਲਾਂ 'ਚ ਛਾਂਪਾ ਛੱਲੇ ਪਾਈ ਫਿਰਦੇ ਉਹ ਵੀ ਸੰਤ ਬਣੇ ਫਿਰਦੇ ਆ। ਤੋ ਵੈਸੇ ਤਾਂ ਸੰਤ ਦਾ ਕੋਈ ਅਸਲ ਰੂਪ ਨਹੀਂ, ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਜੇ ਬਹੁਤ ਗਹਿਰਾਈ 'ਚ ਦੇਖੀਏ। ਪਰ ਜ਼ਿਆਦਾਤਰ ਗੱਲ ਕੀ ਹੈ, ਲੋਕ ਦਿਖਾਵਾ ਬਹੁਤ ਕਰਨ ਲੱਗ ਪਏ। ਉਹਨਾਂ ਵੇਖ ਲਿਆ ਵੀ ਚੋਲੇ ਵਾਲਾ ਸੰਤ ਹੁੰਦਾ। ਖੌਰੇ ਪਹਿਲੇ ਸਮੇਂ 'ਚ ਜਿਹੜੀ ਸਾਦਗੀ ਵਿੱਚ ਰਹਿੰਦੇ ਸਨ ਸਾਧੂ ਜਨ, ਚੋਲਾ ਪਾਉਂਦੇ ਸਨ। ਜੋ ਇਹ ਪਖੰਡੀਆਂ ਨੇ ਦੇਖਿਆ ਵੀ ਪਤਾ ਨਹੀਂ ਚੋਲਾ ਪਾਉਣ ਨਾਲੇ ਉਹ ਸਾਧੂਪਣਾ ਆ ਜਾਂਦਾ ਨਾ, ਉਹ ਸਾਧੂਆਂ ਨੇ ਚੋਲਾ ਪਾਇਆ ਸੀ। ਹੁਣ ਇਹ ਲੋਕ ਸਮਝਦੇ ਚੋਲੇ 'ਚ ਖੌਰੇ ਹਰ ਕੋਈ ਸਾਧੂ ਹੁੰਦਾ। ਉੱਥੇ ਜਾ ਕੇ ਪੰਗਾ ਪੈਂਦਾ, ਫਿਰ ਉੱਥੇ ਵਿਰੋਧ ਵੀ ਉੱਠਦਾ ਕਈ ਗੱਲਾਂ ਦਾ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਧੂ ਰੱਬ ਦਾ ਪਿਆਰਾ ਕੋਈ ਹੈ ਨਹੀਂ। ਕਦੇ ਵੀ ਐਸਾ ਨਹੀਂ ਹੋ ਸਕਦਾ ਕਿ ਦੁਨੀਆ 'ਚ ਕਿਤੇ ਕੋਈ ਗੁਰਮੁਖ ਨਾਮ ਜਪਣ ਵਾਲਾ ਨਾ ਹੋਵੇ। ਕਿਤੇ ਨਾ ਕਿਤੇ ਕੋਈ ਨਾ ਕੋਈ। ਕੋਟਨ ਮਹਿ ਨਾਨਕ ਕੋ ਨਾਰਾਇਣ ਜੇ ਚੀਤ, ਚਲੋ ਕਰੋੜਾਂ 'ਚ ਇੱਕ ਅੱਧਾ, ਕਰੋੜਾਂ 'ਚ ਹੀ 2, 2.5, 5, 7 ਕਰੋੜ ਜੇ ਨਾਨਕ ਨਾਮ ਲੇਵਾ ਹੈ, ਉਹਨਾਂ 'ਚ ਕੋਈ 5-7 ਤਾਂ ਹੋਣਗੇ ਹੀ। ਲੱਭੋ ਫਿਰ, ਢੂੰਡ ਸੱਜਣ ਸੰਤ ਪੱਕੇ ਆ, ਦੇਖੋ। ਜੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗੁਰਸਿੱਖ ਦੇ ਲਈ ਕੋਈ ਹੋਰ ਹੈ ਨਹੀਂ। ਮਹਾਰਾਜ ਦੇ ਤਾਬਿਆਂ ਹਜ਼ੂਰੀ ਵਿੱਚ ਬੈਠ ਕੇ ਪਾਵਨ ਬਾਣੀ ਨੂੰ ਪੜ੍ਹੋ, ਸੰਗਤ ਵਿੱਚ ਬੈਠੋ, 5 ਪਿਆਰਿਆਂ ਦੇ ਅੱਗੇ ਅਰਦਾਸ ਬੇਨਤੀ ਕਰੋ, ਹੱਥ ਜੋੜੋ, ਸ਼ੁਭ ਜੀਵਨ ਜਿਉਵੋ। ਇਹ ਬਹੁਤ ਸੁਚੱਜਾ ਰਾਹ ਹੈ, ਮਾਰਗ ਹੈ। ਆਪਣੇ ਜਦੋਂ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ, ਗੁਰੂ ਉਹਦੇ ਪਹਿਲੇ ਹੀ ਲਫ਼ਜ਼ ਨੇ ਕਿ ਗੁਰੂ ਕਾ ਸਿੱਖ ਹੈ ਜਿਹੜਾ, ਉਹਦੀ ਪਰਿਭਾਸ਼ਾ। ਫਿਰ ਜਦੋਂ ਸਿਮਰਨ ਦੀ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਕਿ ਗੁਰੂ ਕਾ ਸਿੱਖ ਵਾਹਿਗੁਰੂ ਵਾਹਿਗੁਰੂ ਸਿਮਰਨ ਜ਼ਰੂਰ ਕਰੇ। ਅਤੇ ਫਿਰ ਜਦੋਂ ਕਰਾਂਗੇ ਫਿਰ ਸਾਧ ਸੰਗਤ ਜੀ, ਫਿਰ ਇਹ ਸਾਡੇ ਅੰਦਰੋਂ ਇਹ ਜਿਹੜੀ ਮੱਲ ਲੱਗੀ ਹੋਈ ਹੈ, ਮਾਨ ਗੁਮਾਨ ਦੀ ਲੱਥਦੀ ਹੈ। ਸਾਧੂ ਦੀ ਸੰਗਤ ਵਿੱਚ ਇਹ ਹੈ ਕਿ ਉਹ ਸੁੱਟ ਕੇ ਦੇਖ ਲੈਂਦੇ ਆ, ਟੁੱਟਦਾ ਤਾਂ ਨਹੀਂ ਕਿਤੇ, ਠੋਕਰ ਮਾਰ ਕੇ ਦੇਖ ਲੈਂਦੇ ਆ, ਦੇਖਦੇ ਆ ਟਣਕਾ ਟਣਕਾ ਕੇ, ਕੱਚਾ ਤਾਂ ਨਹੀਂ ਕਿਤੇ। ਆਪਣੇ ਤੌਰ 'ਤੇ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਹਾਂ ਵੀ ਕਿਤੇ ਮਾਨ ਜਿਹੜਾ ਟੁੱਟ ਨਾ ਜਾਵੇ। ਉਹ ਹੈ ਜਿਹੜੇ ਤੋੜਦੇ ਆ, ਮਾਰਦੇ ਆ ਠੋਕਰਾਂ ਵੀ, ਟੁੱਟੇ ਤੇ ਸਹੀ ਜਾਂ ਭੱਜ ਇੱਥੋਂ। ਮਾਰ ਕਹਿੰਦੇ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ। ਝੜ ਜਾਂਦੇ ਆ ਕੱਚੇ ਜਿਹੇ ਪਿਆਰ ਵਾਲੇ, ਫਿਰ ਜਿਨ੍ਹਾਂ ਨੂੰ ਰਾਸ ਨਹੀਂ ਆਉਂਦੀ ਇਹ ਖੇਡ। ਤਾਂ ਮਹਾਰਾਜ ਜੀ ਕਹਿੰਦੇ ਨੇ, ਛੋੜ ਮਾਨ ਤਜ ਗੁਮਾਨ ਮਿਲ ਸਾਧੂ ਆ ਕੈ ਸੰਗ। ਗੁਰਮਤਿ ਦੀ ਗੁਰੂ ਘਰ ਦੇ ਸਾਧੂਆਂ ਨਾਲ ਮਿਲਣਾ। ਉੱਦਾਂ ਬਥੇਰੇ ਕੋਈ ਭਗਵੇਂ ਪਾਈ ਫਿਰਦਾ, ਕੋਈ ਕਾਲੇ ਪਾਈ ਫਿਰਦਾ, ਕੋਈ ਹਰੇ ਪਾਈ ਫਿਰਦਾ, ਕੋਈ ਨਗ ਪਾਈ ਫਿਰਦਾ, ਕੋਈ ਕੁਛ ਪਾਈ ਫਿਰਦਾ, ਆਖੇ ਜੀ ਸਾਧੂ ਹੈ। ਨਾ, ਬਚੋ ਇਹਨਾਂ ਪਖੰਡੀਆਂ ਤੋਂ ਜਿੰਨਾ ਹੋ ਸਕਦਾ। ਸਾਧੂ ਸੰਗਤ ਆਸਾਧ ਸੰਗਤ ਹੈ। ਜਾਂ ਕੋਈ ਵਿਰਲਾ ਗੁਰਮੁਖ ਰੱਬ ਦਾ ਪਿਆਰਾ ਕੋਈ ਵੀ ਹੋਵੇ, ਗੁਰਸਿੱਖ ਤੁਹਾਡੇ ਆਂਢ ਗੁਆਂਢ 'ਚ ਵੀ ਹੋ ਸਕਦਾ, ਤੁਹਾਡਾ ਪਰਿਵਾਰ 'ਚੋਂ ਵੀ ਜੀ ਹੋ ਸਕਦਾ, ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ। ਅਤੇ ਮਹਾਰਾਜ ਕਹਿੰਦੇ ਉਹਦੀ ਸੰਗਤ ਕਰਿਆ ਕਰੋ ਭਾਈ। ਹਰ ਸਿਮਰ ਏਕ ਰੰਗ ਮਿਟ ਜਾਹੇ ਦੋਖ ਮੀਤ। ਹਰ ਸਿਮਰ ਏਕ ਰੰਗ ਮਿਟ ਜਾਹੇ ਦੋਖ ਮੀਤ। ਹਰੀ ਪਰਮਾਤਮਾ ਦਾ ਨਾਮ ਸਿਮਰ, ਇੱਕੋ ਹੀ ਪਰਮਾਤਮਾ ਹੈ, ਉਹਦੇ ਰੰਗ ਵਿੱਚ, ਪ੍ਰੇਮ ਵਿੱਚ। ਰੰਗ ਸ਼ਬਦ ਜੋੜ ਦਿੱਤਾ ਵੀ ਪ੍ਰੇਮ ਵਿੱਚ ਜਪਿਆ ਹੋਏ। ਕਈ ਬੰਦੇ ਧੰਦੇ ਵਿੱਚ ਵੀ ਜਪਦੇ ਆ, ਕਈ ਬੰਦੇ ਧੰਦੇ ਵਿੱਚ ਵੀ ਜਪਦੇ ਆ, ਪਰ ਉਹਨਾਂ ਧੰਦੇ ਵਾਲਿਆਂ ਨੂੰ ਫਿਰ ਬਾਣੀ ਨੇ ਕਿਹਾ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਰਦੇ ਫਿਰਦੇ ਆ ਪਰ ਮਿਲਦਾ ਨਹੀਂ, ਲੱਭਦਾ ਨਹੀਂ। ਅਤੇ ਫਿਰ ਫਰਕ ਕੀ ਹੈ?
ਕਹਿੰਦੇ ਕਹੇ ਬੇ ਮਾਹੇ ਵਿਵੇਕ, ਫਰਕ ਹੈ, ਵਿਵੇਕ ਦੀ ਗੱਲ ਹੈ, ਇੱਕ ਫਰਕ ਹੈ ਥੋੜ੍ਹਾ ਜਿਹਾ। ਫਰਕ ਇਹ ਹੈ ਕਿ ਇੱਕ ਧੰਦੇ ਲਈ ਕਰਦਾ, ਇੱਕ ਧਰਮ ਲਈ ਕਰਦਾ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਸਿਮਰ ਏਕ ਰੰਗ, ਰੰਗ ਜਣੀ ਪ੍ਰੇਮ ਦੇ ਨਾਲ ਇੱਕ ਵਾਹਿਗੁਰੂ ਦਾ ਸਿਮਰਨ ਕਰੋ, ਦਿਖਾਵੇ ਲਈ ਨਹੀਂ ਵੀ ਕੋਈ ਦੇਖੇ ਤੇ ਤਾਂ ਨਾ। ਜਦੋਂ ਦੇਖਣਾ ਉਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਕੋਈ ਪਿੱਛੋਂ ਹੋਵੇ ਉਦੋਂ ਗਾਲਾਂ ਕੱਢਣੀਆਂ, ਮਾੜਾ ਬੋਲਣਾ, ਨਾ ਐਂ ਨਹੀਂ ਹੋਣਾ ਚਾਹੀਦਾ। ਹੋਣਾ ਇਹ ਚਾਹੀਦਾ ਹੈ ਵੀ ਪਿੱਛੋਂ ਵੀ ਵਾਹਿਗੁਰੂ ਵਾਹਿਗੁਰੂ ਕਰੋ। ਇਹਦਾ ਮਤਲਬ ਇਹ ਨਹੀਂ ਕੋਈ ਦੇਖੇ ਤੇ ਨਾਮ ਜਪਣੋਂ ਹਟ ਜਾਓ। ਨੈਗੇਟਿਵ ਪੱਖ ਵੀ ਨਹੀਂ ਲਈਦਾ ਹਰੇਕ ਚੀਜ਼ ਦਾ ਵੀ ਨਾ ਜੀ ਨਾ। ਅੱਜ ਕੱਲ੍ਹ ਹੋ ਕੀ ਗਿਆ, ਗੁਰਬਾਣੀ ਨੇ ਆਖਿਆ ਵੀ ਦਿਖਾਵੇ ਲਈ ਨਾ ਜਪੋ। ਉਹਦਾ ਮਤਲਬ ਇਹ ਸੀ ਵੀ ਜਦੋਂ ਕੋਈ ਦੇਖਦਾ ਹੋਵੇ ਉਦੋਂ ਜਪੋ ਅਤੇ ਪਿੱਛੋਂ ਮਾੜੇ ਕੰਮ ਕਰੋ, ਇਹ ਮਤਲਬ ਸੀ। ਪਰ ਹੁਣ ਉਹ ਚੀਜ਼ ਨੂੰ ਛੱਡਤਾ ਵੀ ਬਾਣੀ ਕਹਿੰਦੀ ਪਿੱਛੋਂ ਵੀ ਜਪੋ, ਉਹ ਚੀਜ਼ ਚੱਕ ਲਈ ਵੀ ਨਾਮ ਨਾ ਜਪੋ ਤੁਸੀਂ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਦਿਖਾਵਾ ਕਰਦਾ, ਇਹ ਮਤਲਬ ਨਹੀਂ। ਦਿਖਾਵਾ ਉੱਥੇ ਹੈ ਜਿਹੜਾ ਕਿਸੇ ਦੇ ਸਾਹਮਣੇ ਤਾਂ ਜਪਦਾ, ਪਿੱਛੋਂ ਮਾੜੇ ਕੰਮ ਕਰਦਾ, ਭੈੜਾ ਹੈ, ਬੁਰਾ ਹੈ, ਚੁਗਲੀ ਕਰਦਾ, ਨਿੰਦਿਆ ਕਰਦਾ, ਬੁਰਾਈਆਂ 'ਚ ਫਸਿਆ। ਅਤੇ ਜਦੋਂ ਕੋਈ ਦੇਖੇ ਉਦੋਂ ਵਾਹਿਗੁਰੂ। ਹਾਂ, ਜਿਹੜਾ ਪਿੱਛੋਂ ਵੀ ਵਾਹਿਗੁਰੂ ਵਾਹਿਗੁਰੂ ਕਰਦਾ, ਉਹ ਸਾਹਮਣੇ ਵੀ ਕਰੀ ਜਾਏ, ਉਹਨੂੰ ਕੋਈ ਉਹ ਨਹੀਂ ਹੈ, ਰੁਕਾਵਟ ਨਹੀਂ ਹੈ। ਉਹ ਤੋਂ ਉਹਦੇ ਵਰਗਾ ਤਾਂ ਗੁਰਮੁਖ ਹੀ ਨਹੀਂ ਬਈ। ਸਾਹਮਣੇ ਵੀ ਜਪੇ ਸਾਡੇ, ਸਾਨੂੰ ਕੀ ਦਿੱਕਤ ਹੈ? ਲੋਕ ਤਾਂ ਇੱਥੇ ਸ਼ਰਮ ਨਹੀਂ ਕਰਦੇ, ਨਿੰਦਿਆ ਕਰਨ ਲੱਗਿਆ, ਚੁਗਲੀ ਕਰਨ ਲੱਗਿਆ, ਗਾਲਾਂ ਕੱਢਦੇ ਮਾਂ ਦੇ ਸਾਹਮਣੇ, ਧੀ ਦੇ ਸਾਹਮਣੇ, ਭੈਣ ਦੇ ਸਾਹਮਣੇ, ਇੰਨਾ ਮੰਦਾ ਬੋਲਦੇ ਆ, ਸ਼ਰਾਬਾਂ ਪੀਂਦੇ ਆ। ਅਤੇ ਨਾਮ ਜਪਣ 'ਚ ਸਾਨੂੰ ਕਾਹਦੀ ਸ਼ਰਮ ਹੋਣੀ ਚਾਹੀਦੀ ਹੈ? ਲੱਜਾ ਥੋੜ੍ਹਾ ਹੋਣੀ ਚਾਹੀਦੀ ਹੈ ਕੋਈ? ਛੱਡੋ ਇਹਨੂੰ, ਜਾਣ ਦਿਓ। ਕੋਈ ਵੱਧ ਤੋਂ ਵੱਧ ਇੰਨਾ ਹੀ ਕਹਿ ਦੂਗਾ ਬੜਾ ਨਾਮ ਜਪਦਾ ਹੈ। ਇੱਕ ਗੱਲ ਅੱਜ ਦੇ ਟਾਈਮ 'ਚ ਹੋਰ ਤਾਂ ਕੋਈ ਕਹੇ ਨਾ ਕਹੇ, ਜਿਹਨੇ ਸਾਡੇ ਵਰਗੇ ਪੱਗਧਾਰੀ ਜਿਨ੍ਹਾਂ ਦੇ ਦਿਮਾਗ 'ਚ ਨਾਸਤਿਕ ਸੋਚ ਵਾੜ ਦਿੱਤੀ, ਉਹ ਇਹ ਕਹਿ ਸਕਦਾ ਪਖੰਡ ਕਰਦਾ। ਕੋਈ ਹਿੰਦੂ ਜੈਂਟਲਮੈਨ, ਕੋਈ ਮੁਸਲਮਾਨ ਬੰਦਾ ਦੇਖ ਕੇ ਕਹਿ ਸਕਦਾ ਬਈ ਆਪਣੇ ਧਰਮ ਦੀ ਇਬਾਦਤ ਕਰਦਾ, ਐਂ ਕਹਿ ਸਕਦਾ। ਪਰ ਸਾਡੇ ਵਿੱਚ ਹੁਣ ਜਿਹੜੀ ਸੋਚ ਹੈ ਉਹ ਇਹ ਕਹਿ ਸਕਦਾ ਜ਼ਿਆਦਾ ਤੋਂ ਜ਼ਿਆਦਾ, ਤੁਹਾਨੂੰ ਕਹਿ ਦੂ ਪਖੰਡੀ ਆ ਇਹ। ਸਾਡੇ ਵਾਲਿਆਂ ਤੋਂ ਇਹ ਆਸ ਨਾ ਰੱਖਿਓ ਤੁਹਾਨੂੰ ਭਗਤ ਜਾਂ ਗੁਰਮੁਖ ਕਹਿਣਗੇ, ਇਹ ਤੁਹਾਨੂੰ ਪਖੰਡੀ ਕਹਿਣਗੇ। ਚਲੋ ਇਹਨਾਂ ਦੀ ਕਹਿਣ ਨੂੰ ਛੱਡ ਦਿਓ, ਤੁਸੀਂ ਜਪੋ ਤੇ ਸਹੀ। ਮਹਾਰਾਜ ਕਹਿੰਦੇ ਹੈ, ਮਹਾਰਾਜ ਕਹਿੰਦੇ ਹਰ ਸਿਮਰ ਏਕ ਰੰਗ, ਇੱਕੋ ਹੀ ਰੰਗ ਚੜ੍ਹਿਆ ਹੋਣਾ ਚਾਹੀਦਾ, ਦੂਜਾ ਨਹੀਂ, ਦਿਖਾਵੇ ਵਾਲਾ ਨਹੀਂ। ਉਹਦਾ ਪ੍ਰੇਮ ਹੋਵੇ। ਮਿਟ ਜਾਹੇ ਦੋਖ ਮੀਤ। ਫਿਰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਮਿੱਤਰਾ ਮੀਤ ਗੁਰਮੁਖਾ, ਫਿਰ ਇਹ ਦੋਸ਼ ਹੈ ਨਾ ਜਿਹੜੇ ਉੱਤੇ ਗੱਲ ਕੀਤੀ ਹੈ, ਮਾਨ ਗੁਮਾਨ ਇਤਿਆਦਿਕ, ਕਹਿੰਦੇ ਇਹ ਮਿਟ ਜਾਣਗੇ। ਜਿਹੜੇ ਦੋਸ਼ ਲੱਗਦੇ ਆ ਦਰਗਾਹ 'ਚ, ਤੇਰੇ 'ਚ ਵੀ ਆਹ ਦੋਸ਼ ਹੈ, ਜਿਨ੍ਹਾਂ ਦੇ ਜਦੋਂ ਮੂੰਹ 'ਤੇ ਲੱਗੇ ਹੋਣਗੇ ਫਿਰ ਦਰਗਾਹ 'ਚ ਬੈਠਣ ਨੂੰ ਨਹੀਂ ਮਿਲਦਾ। ਬਾਣੀ 'ਚ ਲਿਖਿਆ ਹੈ ਕਿ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਕਹਿੰਦੇ ਦਾਗ ਦੋਸ਼ ਮੂੰਹ 'ਤੇ ਲਾ ਕੇ ਜਾਏਗਾ, ਦਰਗਾਹ 'ਚ ਬੈਠਣ ਨੂੰ ਜਗ੍ਹਾ ਨਹੀਂ ਮਿਲਣੀ। ਉਹਨਾਂ ਆਖਣਾ ਆਹ ਦਾਗੀ ਹੈ, ਦੋਸ਼ੀ ਹੈ, ਇਹਨੂੰ ਉੱਥੇ ਖੜਾਓ ਕਚਹਿਰੀ 'ਚ। ਦੋਸ਼ੀ ਜਿਵੇਂ ਖੜ੍ਹਦਾ ਹੱਥ ਜੋੜ ਕੇ ਖੜ੍ਹਿਆ ਹੁੰਦਾ, ਗਰਦਨ ਨੀਵੀਂ ਹੁੰਦੀ ਆ ਦੋਸ਼ੀ ਦੀ, ਅਤੇ ਫਿਰ ਲੱਗਦੀਆਂ ਉੱਥੇ ਤਰੀਕਾਂ ਪੈਂਦੀਆਂ। ਮਹਾਰਾਜ ਕਹਿੰਦੇ ਜਦੋਂ ਨਾਮ ਜਪੇਗਾ ਫਿਰ ਇਹ ਜਿਹੜੇ ਦਾਗ ਦੋਸ਼ ਲੱਗੇ ਹੋਏ ਆ, ਧੱਬੇ ਲੱਗੇ ਹੋਏ ਆ, ਮਿਟ ਜਾਣਗੇ। ਬੁਰੇ ਤੋਂ ਬੁਰੇ, ਮਾੜੇ ਤੋਂ ਮਾੜੇ ਇਨਸਾਨ ਵੀ ਨਾਮ ਨੇ ਪ੍ਰਸਿੱਧ ਕਰਤੇ। ਅਜਾਮਲ ਪਾਪੀ ਜਗ ਜਾਣਾ। ਅਜਾਮਲ ਕਿੱਡਾ ਵੱਡਾ ਪਹਿਲਾਂ ਵਿਦਵਾਨ ਸੀ, ਫਿਰ ਐਸਾ ਨਿਗਾਰ ਆਇਆ ਕਿ ਦੁਰਾਚਾਰੀ ਹੋ ਗਿਆ, ਵੇਸ਼ਵਾ ਦੇ ਘਰ ਰਹਿਣ ਲੱਗ ਪਿਆ। ਅੱਗੇ ਫਿਰ ਛੱਡ ਕੇ ਪਰਾਂ ਚਲਾ ਗਿਆ, ਵੱਖਰਾ ਉਹਦੇ ਨਾਲ ਘਰ ਲੈ ਲਿਆ, ਬੱਚੇ ਹੋ ਗਏ, ਰਾਜ ਦਰਬਾਰ 'ਚੋਂ ਕੱਢ ਦਿੱਤਾ ਗਿਆ। ਕਈ ਬੱਚਿਆਂ ਨੇ ਜਨਮ ਲਿਆ, ਅੰਤ ਇੱਕ ਬੱਚੇ ਨੇ ਜਨਮ ਲਿਆ, ਉਹਦਾ ਨਾਂ ਨਰਾਇਣ ਰੱਖ ਲਿਆ। ਆਪਣੇ ਪੁੱਤ ਨਾਲ ਮੋਹ ਪੈ ਗਿਆ, ਨਰਾਇਣ ਨਰਾਇਣ ਕਰਦਾ। ਕੋਈ ਕਰਮ ਜਾਗਿਆ ਪਿਛਲਾ, ਓਹੋ ਅਸਲ ਨਰਾਇਣ ਨੂੰ ਤਾਂ ਭੁੱਲੇ ਗਿਆ ਮੈਂ। ਰੱਬ ਅਸਲ ਨਰਾਇਣ ਅਤੇ ਪ੍ਰਮਾਤਮਾ ਹੈ, ਉਹਦੇ ਨਾਲ ਲਿਵ ਲੱਗੀ। ਜਿਉਂ ਨਰਾਇਣ ਦੇ ਨਾਲ ਲਿਵ ਲੱਗੀ, ਉਹੀ ਅਜਾਮਲ ਜਿਹੜਾ ਪਾਪੀ ਸੀ, ਬਾਣੀ ਕਹਿੰਦੀ ਹੁਣ ਬਾਣੀ ਤੋਂ ਉੱਤੇ ਤਾਂ ਕੁਛ ਹੈ ਨਹੀਂ। ਅਜਾਮਲ ਪਾਪੀ ਜਗ ਜਾਣਾ, ਨਿਮਖ ਮਾਹੇ ਨਿਸਤਾਰਾ। ਕਹਿੰਦੇ 1 ਮਿੰਟ 'ਚ ਪਾਰ ਉਤਾਰਾ ਕਰਤਾ ਉਹਦਾ।
ਧਾਰਮਿਕ ਗੁਰਬਾਣੀ 'ਚ ਨਾਮ ਆ ਗਿਆ, ਕਿੰਨਾ ਸਨਮਾਨ ਦੇ ਤੌਰ 'ਤੇ। ਬੇਸ਼ਵਾ ਸੂਆ ਪੜਾਵਤ ਗਨਕਾ ਤਰੀ ਗਨਕਾ ਦਾ ਨਾਮ ਆਉਂਦਾ ਹੈ। ਤੋਤੇ ਨੂੰ ਵਾਹਿਗੁਰੂ ਰੱਬ ਰਾਮ ਰਾਮ ਰੱਬ ਰੱਬ ਕਰਾਉਂਦੀ ਸੀ, ਕਰ ਦਿੱਤਾ। ਮਹਾਰਾਜ ਕਹਿੰਦੇ ਭਾਈ, ਕਹਿੰਦੇ ਹਰ ਸਿਮਰ ਏਕ ਰੰਗ ਮਿਟ ਜਾਹੇ ਦੋਖ ਮੀਤ, ਪਾਰ ਬ੍ਰਹਮ ਭਏ ਦਇਆਲ। ਪਰਮਾਤਮਾ ਦਿਆਲੂ ਹੋਏਗਾ। ਬਿਨ ਸਗਾਏ ਵਿਖਾਏ ਜੰਜਾਲ, ਵਿਸ਼ਿਆਂ ਦੇ ਜੰਜਾਲ ਜਿੰਨੇ ਜਾਲ ਹੈ ਜਿੰਦ ਨੂੰ ਪਏ ਹੋਏ ਆ ਜਿਹੜੇ, ਮਹਾਰਾਜ ਕਹਿੰਦੇ ਟੁੱਟ ਜਾਣਗੇ ਭਾਈ, ਇਹ ਆਪੇ ਹੀ ਕੱਟੀਆਂ ਜਾਣਗੀਆਂ ਫਾਹੀਆਂ। ਸਾਧ ਜਨਾ ਕੈ ਚਰਨ ਲਾਗ, ਗੁਰਮੁਖਾਂ ਦੀ ਸੰਗਤ ਵਿੱਚ ਗੁਰਮੁਖਾਂ ਦੀ ਚਰਨੀ ਲੱਗੀਏ, ਨਿਮਰਤਾ ਧਾਰਨ ਕਰੀਏ, ਹਿਰਦੇ ਦੀ ਝੁਕਾਅ ਵਿੱਚ ਰਹੀਏ, ਹੰਕਾਰ ਨੂੰ ਆਪਣੇ ਮਨੋਂ ਮਿਟਾਈਏ। ਨਾਨਕ ਗਾਵੈ ਗੋਬਿੰਦ ਨੀਤ, ਤੇ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਗਾਵੈ ਗੋਬਿੰਦ ਗੀਤ। ਗੋਬਿੰਦ ਵਾਹਿਗੁਰੂ, ਗੋ ਧਰਤੀ ਬਿੰਦ ਉਹਦੀ ਜਾਣਨ ਵਾਲਾ, ਉਹਦੀ ਰੱਖਿਆ ਕਰਨ ਵਾਲਾ ਰਖਵਾਲਾ ਵਾਹਿਗੁਰੂ, ਇੰਦਰੀਆਂ ਦੀ ਜਾਣਨ ਵਾਲਾ। ਅਤੇ ਮਹਾਰਾਜ ਕਹਿੰਦੇ ਉਹਦੇ ਅਕਾਲ ਪੁਰਖ ਦੇ ਨਿੱਤ ਗੋਬਿੰਦ ਦੇ ਗੁਣ ਗਾਵੇ। ਇਸ ਤਰੀਕੇ ਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਣਗੇ। ਇਹ ਗੁਰੂ ਜੀ ਨੇ ਸ਼ਬਦ ਅੰਦਰ ਬਖਸ਼ਿਸ਼ ਕੀਤੀ। ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਧੰਨਵਾਦ ਜੀ। ਪਾਰ ਬ੍ਰਹਮ ਭਏ ਦਇਆਲ, ਬਿਨ ਸਗਏ ਵਿਖੈ ਜੰਜਾਲ। ਸਾਧ ਜਨਾ ਕੈ ਚਰਨ ਲਾਗ, ਨਾਨਕ ਗਾਵੈ ਗੋਬਿੰਦ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।